सीएम चन्नी का जो दिवाली तोहफा है उन्होंने किहो जिहा लग्या और अगर पसंद नहीं आया तो क्यों पसंद नहीं आया। असी जो है तारुफ करा दिए। साडे नाल मेहमान जुड़ चुके हैं। प्रितपाल सिंह बलेवाल साडे नाल कांग्रेस तो जुड़ चुके हैं। हरजिंदर सिंह चंदमाजरा साडे नाल अकाली दल तो जुड़ चुके हैं। साडे नाल इकबाल सिंह आम आदमी पार्टी तो जुड़ चुके हैं और चेतन जोशी साडे नाल जुड़ चुके हैं बीजेपी तो। और साडे सारे मेहमानों का बहुत बहुत स्वागत साडे नाल जुड़न दे लई। सब तो पहला प्रितपाल बलेवाल जी बाकी जो मेहमान ने उन्होंने भी पूछांगे कि उन्होंने क्यों पसंद नहीं आया सीएम चन्नी का तोहफा। लेकिन थानू पहला मैं सवाल ये करना चाहूँगी कि नवजोत सिंह सिद्धू चन्नी दे ऐलान नूं एक लॉलीपॉप करार दे रहे हैं। तुसीं की सोचदे हो इस बारे? देखो गल ये है गगन, किसी दे शब्द चक के जिहड़ा अज वड्डा ऐलान होया उन मैं फिक्का नहीं पाउणा चाहूँगा क्योंकि अज ऐलान सारिਆਂ ਲਈ ਹੋਇਆ ਤੇ जिन्ने मेरे भरा विद तुसी बैठे हो ਮੈਨੂੰ उम्मीद है कि अपने 7 किलोवाट ਦੇ ਹੀ कनैक्शन ਹੋਣਗੇ ਤੇ ਸਾਰਿਆਂ ਨੂੰ ਰਾਹਤ ਤਾਂ ਮਿਲੀ ਹੈ। ਤੇ ਦੀਵਾਲੀ ਤੇ ਆਪਾਂ ਕਹਾਂਗੇ ਕਿ ਲਾਈਟਾਂ ਦੱਬ ਕੇ ਚਲਾਇਓ। 1 ਰੁਪਿਆ ਕੈਪਟਨ ਅਮਰਿੰਦਰ ਸਿੰਘ ਹੁਣੀ ਸਸਤਾ ਕਰਕੇ ਸੀ ਤੇ 3 ਰੁਪਏ ਅੱਜ ਆਪਣਾ ਕੀ ਕਹਿੰਦੇ ਚੰਨੀ ਜੀ ਨੇ ਐਲਾਨ ਕੀਤਾ। ਵੱਡਾ ਐਲਾਨ ਹੈ, ਲੋਕਾਂ ਨੂੰ ਰਾਹਤ ਮਿਲੂਗੀ, ਅੱਧੇ ਬਿੱਲ ਹੋ ਜਾਣਗੇ। ਮਜਬੂਰੀਆਂ ਸੀਗੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ। ਹੁਣ ਮੇਰੇ ਵੀਰ ਚੰਦੂ ਮਾਜਰਾ ਹੁਣੀ ਬੈਠੇ ਆ ਕਿ ਪਹਿਲਾਂ ਕਿਉਂ ਨਹੀਂ ਕੀਤਾ, ਦੂਜਾ ਨਹੀਂ ਕੀਤਾ। ਉਹ ਜਿਹੜੇ ਪਰਸੋਂ ਰੱਦ ਕੀਤੇ ਉਹ ਵੀ ਤੁਹਾਡੇ ਪੁਰਾਣੇ ਕੀਤੇ, ਉਸ ਕਰਕੇ ਹੋਇਆ। ਤੇ ਹੁਣ ਅਗਰ ਅਸੀਂ ਸਸਤੀ ਖਰੀਦ ਰਹੇ ਹਾਂ ਤਾਂ ਸਸਤੀ ਡਿਲੀਵਰ ਵੀ ਕਰਾਂਗੇ। ਤੇ ਮੈਨੂੰ ਉਮੀਦ ਹੈ ਇਹਦੇ ਨਾਲ ਪੰਜਾਬ ਦੇ ਜਿਹੜੇ 72 ਲੱਖ ਦੇ ਆਸ-ਪਾਸ ਪਰਿਵਾਰ ਆ ਉਹਨਾਂ ਨੂੰ ਫਾਇਦਾ ਜ਼ਰੂਰ ਹੋਊਗਾ। ਤੇ ਉਹ ਆਪੇ ਦੱਸਣਗੇ ਕਿ ਇਹ ਲੋਲੀਪੌਪ ਹੈ ਕਿ ਉਹਨਾਂ ਦਾ ਜਿਹੜਾ ਆਰਥਿਕ ਬਜਟ ਹਿੱਲਿਆ ਹੋਇਆ ਸੀ ਪੈਟਰੋਲ ਡੀਜ਼ਲ ਤੇ ਬਿਜਲੀ ਕਰਕੇ, ਉਹ ਬਿਜਲੀ ਤੋਂ ਰਾਹਤ ਮਿਲ ਗਈ ਆ। ਤੇ ਉਮੀਦ ਹੈ ਕਿ ਹੁਣ ਮੋਦੀ ਜੀ ਵੀ ਆ ਜਾਣਗੇ ਦੀਵਾਲੀ ਵਾਲੇ ਦਿਨ, ਜਿਹੜੇ 32 ਰੁਪਏ ਐਕਸਾਈਜ਼ ਡਿਊਟੀ ਲਾਈ ਆ ਉਹ 'ਚ ਰਾਹਤ ਦੇ ਕੇ ਜਿਹੜਾ 100 ਟੱਪ ਚੁੱਕਿਆ ਡੀਜ਼ਲ ਤੇ ਪੈਟਰੋਲ, ਉਹ ਦੁਬਾਰਾ 2 ਡਿਜਿਟ ਦੇ ਆંકੜੇ ਤੇ ਆਊਗਾ ਤੇ ਆਪਾਂ ਦੀਵਾਲੀਆਂ ਖੁਸ਼ੀਆਂ ਨਾਲ ਮਨਾਈਏ। ਪੰਜਾਬ ਸਰਕਾਰ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਆਪਦੇ ਪੰਜਾਬ ਵਾਸੀਆਂ ਦੇ ਨਾਮ, ਕਿਉਂਕਿ लेकिन नवजोत सिंह सिद्धू ने जो सवाल किए ने खजाने नूं लेके ਪਹਿਲਾਂ ਤੋਂ ਜਿਹੜੇ ਵਾਅਦੇ ਕੀਤੇ ਨੇ ਜਨਤਾ ਦੇ ਨਾਲ, ਉਹ ਵਾਅਦੇ ਨੂੰ ਕਿਉਂ ਨਹੀਂ ਪੂਰਾ ਕੀਤਾ ਜਾ ਰਿਹਾ? मैं एक बेनती करता, मैं पहला गल आखी है क्योंकि ਇਹਦੇ ਵਿੱਚ ਜਿਹੜੀ ਸਾਡੀ ਸਰਕਾਰ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਵਾਲੀ ਸੀ ਤੇ ਚਾਹੇ ਹੁਣ ਚੰਨੀ ਸਾਹਿਬ ਵਾਲੀ ਹੈ, ਇਹ ਦੋਨਾਂ ਦੇ ਵਿੱਚ ਭੇਦਭਾਵ ਨਹੀਂ ਹੁੰਦਾ। ਇਹ ਚ ਇਹ ਨਹੀਂ ਦੇਖਿਆ ਜਾਂਦਾ ਅਕਾਲੀ ਹੈ ਕਿ ਕਾਂਗਰਸੀ ਹੈ ਕਿ ਆਮ ਆਦਮੀ ਪਾਰਟੀ ਜਾਂ ਬੀਜੇਪੀ ਵਾਲਿਆਂ ਦਾ। ਜੇ ਕਰਜ਼ੇ ਮਾਫੀ ਹੋਏ ਆ 5000 ਕਰੋੜ ਦੇ ਤਾਂ ਸਾਰਿਆਂ ਦੇ ਹੋਏ ਆ, ਭੇਦਭਾਵ ਨਹੀਂ ਹੋਇਆ। ਤੇ ਅੱਜ ਜੇ 3 ਰੁਪਏ ਯੂਨਿਟ ਸਸਤੀ ਕੀਤੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਕੀਤੀ ਗਈ, ਸਾਰੇ ਪੰਜਾਬੀਆਂ ਦੀ ਕੀਤੀ ਗਈ ਆ। ਜਿਹੜੇ ਵੱਡੇ ਅਮੀਰ ਵੱਡੇ ਮਹਿਲਾਂ 'ਚ ਰਹਿੰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ, ਚਾਹੇ ਬਿਜਲੀ 20 ਰੁਪਏ ਦੀ ਹੋ ਜਾਏ ਤਾਂ ਵੀ ਉਹਨਾਂ ਨੇ ਦੇ ਹੀ ਦੇਣਾ ਹੈ ਕਿਉਂਕਿ ਵੱਡੀਆਂ ਗੱਡੀਆਂ ਦੇ ਵੱਡੇ ਆਨੰਦ ਮਾਣਦੇ ਹੁੰਦੇ ਨੇ ਲੋਕ। ਉਹ 2 ਲੱਖ ਪਰਿਵਾਰ ਹੈਗਾ ਵਾ, ਉਹਨਾਂ ਨੂੰ ਛੱਡ ਕੇ ਪੂਰੇ ਪੰਜਾਬ ਵਾਸੀਆਂ ਨੂੰ ਇਹਦੀ ਰਾਹਤ ਮਿਲੀ ਹੈ। ਤੇ ਮੈਂ ਉਮੀਦ ਕਰਦਾ ਚਾਹੇ ਉਹ ਨਵਜੋਤ ਸਿੰਘ ਸਿੱਧੂ ਨੇ ਖਜ਼ਾਨੇ ਖਾਲੀ ਵਾਲੀ ਗੱਲ ਕੀਤੀ ਹੈ ਨਹੀਂ ਕੀਤੀ, ਮੈਂ ਉਸ ਤੇ ਨਹੀਂ ਜ਼ਿਆਦਾ ਬੋਲੂੰਗਾ ਕਿਉਂਕਿ ਅੱਜ ਇਹ ਗੱਲ ਕਰਕੇ ਅਸੀਂ ਆਪਦਾ ਉਹ ਈਵੈਂਟ ਨੂੰ ਛੋਟਾ ਨਾ ਕਰੀਏ ਕਿਉਂਕਿ ਉਹ ਪਹਿਲਾਂ ਦਾ ਬਿਆਨ ਹੈਗਾ ਵਾ, ਇਹ ਅਨਾਉਂਸ ਹੋਣ ਤੋਂ ਪਹਿਲਾਂ ਦਾ। ਉਦੋਂ ਬਾਅਦ ਇਹ ਅਨਾਉਂਸਮੈਂਟ ਹੋਈ ਹੈ, ਮੇਬੀ ਪ੍ਰਧਾਨ ਜੀ ਉਸ ਚੀਜ਼ ਨੂੰ ਚੇਂਜ ਕਰ ਦੇਣਗੇ ਤੇ ਦਰੁਸਤ ਕਰ ਦੇਣਗੇ। ठीक है, बाकी मेहमान भी साडे नाल जुड़े हुए ने और बाकी मेहमानों नूं मैं सवाल पूछण तो पहले गुजारिश जरूर करूंगी कि एक सियासतदान वजों किसी सवाल का जवाब नहीं देना, एक आम नागरिक दे वांग, क्योंकि तुसी खुद पंजाब दे नागरिक तां तुसी भी हो, चाहे वक् पार्टियां दे नाल जुड़े हुए हो, पंजाब के नागरिक तो तुसी भी हो। जो सरकारी सहूलतां और जिस तरह के सीएम चन्नी ने कहा कि हर वर्ग हर धर्म के लिए हर किसी के लिए ये शहरा पिंडा के लिए सब इक्को जिहा मन के सारे ये फैसला किया गया। और हरिंदर सिंह चंदू माजरा जी, हजे तो दिवाली गिफ्ट दिता है, हजे खोल के नहीं देखा। जब खोल के देखांगे वो लॉलीपॉप निकलते हैं, चॉकलेट निकलते हैं या डब्बा खाली निकलता, ये तो अजे वक्त लगू, जो बिजली का बिल आऊगा उस बाद ही पता चलूगा। लेकिन एक आम नागरिक के वांग तुसी किवें सोचदे हो सीएम चन्नी दा जो फैसला है सस्ती बिजली दा किवें दा लग्या? देखो ये तो ऐलान ने ਤੁਸੀਂ ਜਿਵੇਂ ਕਿਹਾ ਵੀ ਅਜੇ ਤੱਕ ਗਿਫਟ ਆਇਆ ਪੈਕਡ ਆ ਤੇ ਖੋਲ ਕੇ ਪਤਾ ਲੱਗੂਗਾ ਵੀ ਹੈ ਕੀ ਇਹਦੇ ਵਿੱਚ। ਪਰ ਜੋ ਉਹਨਾਂ ਨੇ ਪੀਪੀਏ ਜੋ ਜੀਵੀਏ ਨੂੰ ਦੇ ਨਾਲ ਜਿਹੜਾ ਐਗਰੀਮੈਂਟ ਆ ਉਹਨੂੰ ਰੱਦ ਕਰਨ ਸਮੇਂ ਜਿਹੜੀ ਸੀਐਮਓ ਵੱਲੋਂ ਸਟੇਟਮੈਂਟ ਇਸ਼ੂ ਕੀਤੀ, ਮੈਂ ਉਹ ਪੜ੍ਹੀ ਆ। ਉਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਕਹੀ ਆ ਵੀ ਜਿਹੜੀ ਇਹ ਜੀਵੀਕੇ ਆ ਇਹ ਡਿਫਾਲਟਰ ਹੋ ਚੁੱਕੀ ਆ। ਤੇ ਇਹ ਗੱਲ ਕਹਿੰਦੇ ਹੋਏ ਆ ਜਿਹੜੀ ਗੱਲ ਅੱਗੇ ਮੈਂ ਕਹਿਣ ਲੱਗਾ ਗਗਨ ਸੁਣਨ ਵਾਲੀ ਆ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਪੀਪੀਏ ਦੀ ਕੰਡੀਸ਼ਨਸ ਨੂੰ ਪੂਰਾ ਨਹੀਂ ਕੀਤਾ ਹੈਗਾ, ਫੁੱਲਫਿਲ ਨਹੀਂ ਕਰ ਰਹੀ ਸੀਗੀ, ਉਹਦੀ ਡਿਫਾਲਟਰ ਹੋ ਗਈ ਸੀ। ਇਟ ਮੀਨਸ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਪੀਪੀਏ ਕੀਤੇ ਹੋਏ ਸੀ ਜਿੱਤੇ ਕਾਂਗਰਸ ਹੁਣ ਤੱਕ ਰੌਲਾ ਪਾਉਂਦੀ ਰਹੀ, ਉਹਨਾਂ ਪੀਪੀਏ ਨੂੰ ਜਾਇਜ਼ ਠਹਿਰਾਇਆ, ਇੱਥੋਂ ਤੱਕ ਜਾਇਜ਼ ਠਹਿਰਾਇਆ
ਵੀ ਉਹਨਾਂ ਪੀਪੀਏ ਦੀ ਕੰਡੀਸ਼ਨਸ ਦੀ ਜੀਵੇ ਕੇ ਪੂਰੀ ਕਰ ਰਹੀਆਂ ਸੀਗੀਆਂ। ਉਹ ਡਿਫਾਲਟਰ ਹੋ ਚੁੱਕੀ ਸੀ, ਉਹ ਦਿਵਾਲੀਆ ਹੋ ਚੁੱਕੀ ਸੀ। ਹੁਣ ਜਿਸ ਰਾਜ ਦੇ ਵਿੱਚ ਉਹ ਕੰਪਨੀ ਦਿਵਾਲੀਆ ਹੋਈ, ਇਹ ਤਾਂ ਹੁਣ ਉਹ ਰਾਜ ਦੇ ਜਿਹੜੇ ਪ੍ਰਬੰਧਕ ਨੇ, ਜਿਹੜੇ ਮੁੱਖ ਮੰਤਰੀ ਨੇ ਜਾਂ ਜਿਹੜੇ ਬਿਜਲੀ ਮੰਤਰੀ ਨੇ, ਉਹ ਜ਼ਿੰਮੇਵਾਰ ਹੋਏ ਕੁਦਰਤੀ ਰੂਪ ਵਿੱਚ ਕਿ ਉਹਨਾਂ ਨੂੰ ਇਹ ਪਹਿਲਾਂ ਹੀ ਸਟੈਪ ਲੈਣਾ ਚਾਹੀਦਾ ਸੀ ਜੇ ਉਹ ਡਿਫਾਲਟਰ ਹੋ ਚੁੱਕੀ ਸੀ ਕੰਪਨੀ। ਨੰਬਰ 2, ਜਿਹੜੀ ਗੱਲ ਬਲੀਵਾਲ ਸਾਹਿਬ ਕਹਿ ਰਹੇ ਆ ਵੀ ਜੇ ਕਿਸੇ ਨੇ ਕੁਝ ਕਹਿਤੇ ਆ, ਉਹ ਕਿਸੇ ਨੇ ਨਹੀਂ ਸੀ, ਤੁਹਾਡੀ ਪਾਰਟੀ ਦੇ ਪ੍ਰਧਾਨ ਹੀ ਨੇ ਸਰਦਾਰ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਉਹਨਾਂ ਦੇ ਸ਼ਬਦਾਂ ਨੂੰ ਚੱਕ ਕੇ ਕੁਝ ਨਹੀਂ ਕਰਨਾ ਚਾਹੁੰਦੇ। ਮੈਂ ਤੁਹਾਨੂੰ ਬਲੀਵਾਲ ਸਾਹਿਬ 4.5 ਸਾਲ ਚੀਕਾਂ ਕਢਾਈਆਂ ਲੋਕਾਂ ਦੀਆਂ, ਚੀਕਾਂ, ਐਡੇ ਵੱਡੇ ਵੱਡੇ ਬਿੱਲ ਕਿਹਨੇ ਦਿੱਤੇ ਸੀਗੇ ਉਹ। ਅੱਜ ਕੇਵਲ ਇੱਕ ਬਿੱਲ ਆਉਣਾ ਹੈ ਸਰਕਾਰ ਦੇ ਵਿੱਚ, ਹੁਣ ਸਿਰਫ ਇੱਕ ਬਿੱਲ ਜਿਹੜਾ ਬਿਜਲੀ ਦਾ ਲੋਕਾਂ ਨੂੰ ਆਉਣਾ, ਸਿਰਫ ਇੱਕ ਬਿੱਲ ਆਉਣਾ ਹੈ। ਉਸ ਇੱਕ ਬਿੱਲ ਵਾਸਤੇ ਇਹ ਐਲਾਨ ਕੀਤਾ ਗਿਆ ਤੇ ਮੈਂ ਸਮਝਦਾ ਵੀ ਪਹਿਲੀ ਗੱਲ ਤਾਂ ਵੀ ਬਿਜਲੀ ਲਿਆਉਂਗੇ ਕਿੱਥੋਂ? ਤੁਸੀਂ 13 ਰੁਪਏ ਤੋਂ ਉੱਤੇ ਬਿਜਲੀ ਖਰੀਦੀ ਆ। ਆ ਜਿਹੜੇ ਜਦੋਂ ਪਾਵਰ ਸਰਪਲਸ ਸਟੇਟ ਦੇ ਵਿੱਚ 10-10 ਘੰਟੇ ਦੇ ਕੱਟ ਲੱਗੇ, ਇਹ ਪ੍ਰਬੰਧਕੀ ਅਕੁਸ਼ਲਤਾ ਸੀ, ਸਰਕਾਰ ਦੀ ਪ੍ਰਬੰਧਕੀ ਅਕੁਸ਼ਲਤਾ ਸੀ ਕਿ ਫਿਰ ਖਰੀਦਣੀ ਪਈ। ਸਾਡੇ ਕੋਲੇ ਆਪਣੀ ਸਰਪਲਸ ਸਟੇਟ ਦੇ ਵਿੱਚ ਆਪਣੀ ਬਿਜਲੀ ਮਸਾ ਪੂਰੀ ਹੋ ਰਹੀ ਸੀ। ਯੂਨਿਟ ਬੰਦ ਹੋ ਗਏ ਜਦੋਂ ਥਰਮਲ ਪਲਾਂਟਾਂ ਦੇ ਕੁਝ ਯੂਨਿਟ ਹੀ ਬੰਦ ਹੋਏ ਸੀਗੇ ਕਿ ਪੰਜਾਬ ਨੂੰ ਵਿਪਤਾ ਛਿੜ ਗਈ ਸੀਗੀ। ਅਸੀਂ 13 ਰੁਪਏ ਤੋਂ ਉੱਤੇ ਬਿਜਲੀ ਖਰੀਦੀ ਆ। ਸੋ ਅੱਜ ਵੀ ਮੈਂ ਕਹਿਣਾ ਹੈ ਵੀ ਪਹਿਲਾਂ ਬਿਜਲੀ ਦਾ ਪ੍ਰਬੰਧ ਕਰੋ। ਕੇਵਲ ਇਸ ਗੱਲ ਕਰਕੇ ਹੁਣ ਇਹਨਾਂ ਨੇ ਪੀਪੀਏ ਦੀ ਗੱਲ ਛੇੜੀ ਕਿਉਂ? ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ, ਹਿੰਦੁਸਤਾਨ ਭਰ ਦੇ ਵਿੱਚੋਂ ਜਿਹੜੇ ਗੁਜਰਾਤ, ਹਰਿਆਣੇ ਤੇ ਹੋਰ ਥਾਵਾਂ ਤੇ ਜਿਹੜੇ ਪੀਪੀਏ ਹੋਏ ਸੀਗੇ, ਉਹਨਾਂ ਵਿੱਚੋਂ ਸਭ ਤੋਂ ਸਸਤੀ ਐਗਰੀਮੈਂਟ ਜਿਹੜੇ ਹੋਏ ਸੀ ਉਹ ਪੰਜਾਬ ਦੇ ਹੋਏ ਸੀ। ਗਗਨ ਜੀ, ਇਹਦੇ ਬਾਰੇ ਕਿੰਨੀ ਵਾਰੀ ਬਹਿਸ ਹੋ ਚੁੱਕੀ ਆ, ਪਰ ਮੈਂ ਅੱਜ ਵੀ ਕਹਿਣਾ ਵੀ ਜੇ ਪੀਪੀਏ ਦੇ ਵਿੱਚ ਕੋਈ ਗਲਤੀ ਸੀ, ਉਹ ਗਲਤੀ ਦੱਸੀ ਜਾਵੇ ਵੀ ਕੀ ਗਲਤੀ ਸੀ, ਤੇ ਜਿਨ੍ਹਾਂ ਨੇ ਕੀਤੀ ਗਲਤੀ ਉਹਨਾਂ ਨੂੰ ਉਹ ਕੁਦਰਤੀ ਰੂਪ ਵਿੱਚ ਜਿਹੜੇ ਪੰਜਾਬ ਦੇ ਨਾਲ ਐਡੀ ਵੱਡੀ ਗਲਤੀ ਕਰ ਰਹੇ ਨੇ ਉਹ ਸਜ਼ਾ ਦੇ ਹੱਕਦਾਰ ਨੇ ਤੇ ਸਜ਼ਾ ਵੀ ਨਾਲ ਦਿੱਤੀ ਜਾਵੇ। ਪਰ ਕੇਵਲ ਇੱਕ ਮਹੀਨੇ ਦੇ ਇੱਕ ਬਿੱਲ ਵਾਸਤੇ ਐਡੀ ਵੱਡੀ ਇਹਨੂੰ ਇਤਿਹਾਸਕ ਅਨਾਉਂਸਮੈਂਟ, ਅਸੀਂ ਬੜੇ ਦੇਖ ਰਹੇ ਸੀ ਵੀ ਕੀ ਇਤਿਹਾਸ ਰਚ ਰਹੇ ਅੱਜ ਚੰਨੀ ਸਾਹਿਬ। ਸੋ ਕੇਵਲ ਇੱਕ ਮਹੀਨੇ ਦੇ ਬਿੱਲ ਵਾਸਤੇ ਮੈਂ ਸਮਝਦਾ ਇਹ ਜਿਹੜੀ ਰਾਜਨੀਤੀ ਹੈ ਨਾ ਜੀ, ਇਹ ਲੋਕਾਂ ਨੇ ਫਾਰਮ ਭਰੇ ਸੀਗੇ। ਪੰਜਾਬ ਦੇ ਮੁੱਖ ਮੰਤਰੀ ਰਹੇ, ਕਿੰਨੀ ਵਾਰੀ ਐਮਪੀ ਰਹੇ, ਕਿੰਨੀ ਵਾਰੀ ਐਮਐਲਏ ਰਹੇ, ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤਾਂ ਥੱਲੇ ਫਾਰਮ ਸੀਗੇ ਉਹ ਕਿ ਘਰ ਘਰ ਰੋਜ਼ਗਾਰ ਦੇ, ਕਰਜ਼ਾ ਮਾਫੀ ਦੇ, ਸਮਾਰਟਫੋਨਾਂ ਦੇ। ਉਹ ਰਾਜਨੀਤੀ ਪੰਜਾਬ ਦੇ ਲੋਕ ਤੁਹਾਡੀ ਸਮਝ ਚੁੱਕੇ ਨੇ। ਸੋ ਇਹਦੇ ਲਈ ਤੁਹਾਨੂੰ ਬਰੀਫ ਦੇ ਵਿੱਚ ਜਾਂ ਤਾਂ ਜਿਹੜੇ ਹੁਣ ਵੀ ਚੰਨੀ ਸਾਹਿਬ ਨੇ ਕਿਹਾ ਵੀ ਅਸੀਂ ਕੰਸੀਡਰ ਕਰਾਂਗੇ ਉਹ ਜਿਹੜੇ ਪੀਪੀਏ ਨੇ। ਸੋ ਮੈਂ ਸਮਝਦਾ ਐਵੇਂ ਘੁੰਮਣ ਘੇਰੀਆਂ ਦੇ ਵਿੱਚ ਲੋਕਾਂ ਨੂੰ ਫਸਾਇਆ ਜਾ ਰਿਹਾ ਕੇਵਲ ਇਸ ਗੱਲ ਕਰਕੇ ਵੀ ਜਿਸ ਸੂਬੇ ਦੇ ਵਿੱਚ 10-10 ਘੰਟੇ ਦੇ ਬਿਜਲੀ ਦੇ ਕੱਟ ਲੱਗਦੇ ਸੀ, ਉਸ ਸੂਬੇ ਦੇ ਵਿੱਚ ਪਾਵਰ ਰੈਵੋਲੂਸ਼ਨ ਆਇਆ। ਸਾਨੂੰ ਮਾਣ ਹੈ ਪੰਜਾਬੀਆਂ ਨੂੰ ਇਸ ਚੀਜ਼ ਦਾ ਵੀ ਪੰਜਾਬ ਦੀ ਧਰਤੀ ਹਿੰਦੁਸਤਾਨ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਈ ਤੇ ਪੰਜਾਬ ਦੀ ਧਰਤੀ ਹਿੰਦੁਸਤਾਨ ਦੇ ਵਿੱਚ ਪਾਵਰ ਰੈਵੋਲੂਸ਼ਨ ਲੈ ਕੇ ਆਈ। ਇਹ ਪਾਵਰ ਸਰਪਲਸ ਸਟੇਟ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਨਾ ਵੀ ਜਦੋਂ ਕਹਿੰਦੇ ਸੀ 24 ਘੰਟੇ ਬਿਜਲੀ ਦੇਵਾਂਗੇ, ਤੇ ਇਹ ਕਹਿੰਦੇ ਸੀ ਇਹ ਤਾਂ ਗੱਪ ਆ, ਉਹ ਗੱਪ ਨੂੰ ਸੱਚ ਕਰਕੇ ਵਿਖਾਇਆ, ਉਹ ਨਾਮੁਮਕਿਨ ਕੰਮ ਨੂੰ ਮੁਮਕਿਨ ਕਰਕੇ ਦਿਖਾਇਆ। ਇਹਨਾਂ ਨੇ ਕਾਊਂਟਰ ਕਿਵੇਂ ਕਰਨਾ ਸੀ ਉਹਦੇ ਲਈ ਇਹਨਾਂ ਨੇ ਇਹ ਗੱਲਾਂ ਸਾਰੀਆਂ ਛੇੜੀਆਂ। ਪਰ ਅੱਜ ਵੀ ਮੈਂ ਕਹਿੰਦਾ ਆਪਣੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਉਹ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਵੀ ਅਸੀਂ ਪੀਪੀਏ ਗਲਤ ਨੇ, ਪੀਪੀਏ ਗਲਤ ਨੇ। ਅੱਜ ਵੀ ਨਹੀਂ ਸਾਨੂੰ ਤਾਂ ਪਤਾ ਲੱਗ ਰਿਹਾ, ਦੱਸ ਨਹੀਂ ਰਹੇ। ਜੇ ਉਹਦੇ ਵਿੱਚ ਗਲਤੀ ਸੀ, ਹੋ ਸਕਦਾ ਕੋਈ ਹੋਈ ਹੋਵੇ, ਉਹ ਦੱਸਣ ਪੰਜਾਬ ਦੇ ਲੋਕਾਂ ਨੂੰ। ਜੇ ਕੋਈ ਗਲਤੀ ਹੋਊਗੀ ਤਾਂ ਅਸੀਂ ਉਹਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ। ਠੀਕ ਹੈ ਚੰਦੂ ਮਾਜਰਾ ਜੀ, ਜਵਾਬ ਲਵਾਂਗੇ ਬਲੀਵਾਲ ਜੀ ਦੇ ਕੋਲੋਂ ਜਵਾਬ ਲਵਾਂਗੀ, ਲੇਕਿਨ ਇਕਬਾਲ ਜੀ ਦਾ ਰੁਕ ਕਰਾਂਗੇ। ਪਹਿਲਾਂ ਬਾਕੀ ਮਹਿਮਾਨਾਂ ਦਾ ਵੀ ਇੱਕ ਕਰਕੇ ਰਿਐਕਸ਼ਨ ਲੈ ਲਈਏ। ਇਕਬਾਲ ਜੀ, ਕਿਉਂ अरविंद केजरीवाल ने जो वादा किया वादा वो गारंटी, लेकिन सीएम चन्नी ने जो ऐलान किया जुमलेबाजी? नहीं गगन जी, गल ये है, तुसी एक चीज ध्यान रखो। देखो अरविंद केजरीवाल ने महंगी बिजली नू एक मुद्दा तो बनाता ना पंजाब च। जे उन्हें 300 यूनिट का वादा किया, गारंटी की भी मैं माफ करूंगा, इन्हों कंपनी छिड़ गई। अकाली दल ने 400 करता, कांग्रेस अज देख लो इनू वापस मतलब 3 रुपये घटाना पै गया। मतलब यह केजरीवाल की ही देन असीं मन्नांगे, क्योंकि केजरीवाल जिहड़ा मुद्दा लेके आए सी पंजाब चों मुद्दा खोलिया, चन्नी ने मुद्दा खोलिया, मानदे हो चुनावी मुद्दा? वो नहीं लिया, नहीं ਹੁਣ ਮੈਂ ਗਗਨ ਜੀ ਤੁਹਾਡੀ ਜੇਬ ਚੋਂ 100 ਰੁਪਇਆ ਕੱਢ ਲਵਾਂ, ਦੀਵਾਲੀ ਨੂੰ ਮੈਂ ਤੁਹਾਨੂੰ 10 ਰੁਪਏ ਮੋੜ ਦੇਵਾਂ ਵੀ ਆਹ ਤੁਹਾਡੀ ਦੀਵਾਲੀ ਦਾ ਤੋਹਫਾ ਹੈ, ਤੁਸੀਂ ਮੰਨ ਜਾਓਗੇ? ਤੁਸੀਂ ਕਹੋਗੇ 90 ਰੁਪਏ ਦਾ ਮੋੜ, ਮੇਰੇ ਤਾਂ 100 ਕੱਢਿਆ ਸੀ ਤੁਸੀਂ। ਇਹ ਪੰਜਾਬ ਵਾਸੀਆਂ ਦਾ ਰਿਕਵਰੀ ਬਣਦੀ ਹੈ ਨਾ, ਤੇ ਪੌਣੇ 5 ਸਾਲਾਂ ਦੀ ਰਿਕਵਰੀ ਦਿਓ, ਬਿੱਲ ਨਹੀਂ ਭੇਜੋ। ਹੁਣ ਜਿਹੜਾ ਪੌਣੇ 5 ਸਾਲ ਲੁੱਟਿਆ ਪੰਜਾਬ ਵਾਲਿਆਂ ਨੂੰ, ਉਹ ਰਿਕਵਰੀ ਬਿੱਲਾਂ 'ਚ ਵਾਪਸ ਮੋੜੋ, ਚੈੱਕ ਬਿੱਲ ਦੇ ਨਾਲ ਚੈੱਕ ਨੱਥੀ ਕਰਕੇ ਭੇਜੋ ਉਹਨਾਂ ਦੇ, ਜਿਹੜਾ 5 ਸਾਲ 'ਚ ਤੁਸੀਂ ਵੱਧ ਬਿੱਲ ਵਧਾ ਕੇ ਭੇਜੇਗੇ। ਇਸ ਕਰਕੇ ਇਹਨਾਂ ਨੇ ਹੀ ਵਧਾਇਆ ਸੀ,
5-6 ਰੁਪਏ ਵਧਾਇਆ, ਘਟਾਇਆ ਕਿੰਨਾ 3 ਰੁਪਏ। ਇਹਨਾਂ ਦਾ ਆਪਣਾ ਵਧਾਇਆ ਵੀ ਨਹੀਂ, ਘਟਾਇਆ ਜੇ ਮਤਲਬ ਤੋਹਫਾ ਕਾਹਦਾ। ਇਸ ਕਰਕੇ ਇਹ ਚੀਜ਼ਾਂ ਨਾ ਸਮਝਿਆ ਕਰੋ। ਉਰੇ ਪਤਾ ਕੀ ਹੈ, ਉਰੇ ਇਹਨਾਂ ਨੂੰ ਲੱਗਦਾ ਵੀ ਹੁਣ ਚੋਣਾਂ ਆ ਗਈਆਂ, ਬਿਜਲੀ ਦਾ ਮੁੱਦਾ ਬਣ ਗਿਆ, ਇਸ ਕਰਕੇ ਇਹ ਕਰਿਆ। ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ ਉਹ ਦੱਸਣ ਵੀ ਘਰ ਘਰ ਨੌਕਰੀ ਮਿਲ ਗਈ, ਕਿਸਾਨਾਂ ਦਾ ਕਰਜ਼ਾ ਮਾਫ ਹੋ ਗਿਆ, ਬਾਕੀ ਨਸ਼ਾ ਖਤਮ ਹੋ ਗਿਆ, ਬਰਗਾੜੀ ਵਾਲਿਆਂ ਨੂੰ ਇਨਸਾਫ ਦੇ ਦਿੱਤਾ। ਜਿੰਨੇ ਵੱਡੇ ਮੁੱਦੇ ਸੀ ਉਹਨਾਂ ਤੋਂ ਤਾਂ ਸਰਕਾਰ ਮਤਲਬ ਆਪਣਾ ਆਨਾਕਾਨੀ ਕਰ ਰਹੀ ਹੈ। ਇਹ ਬਿਜਲੀ ਮਹਿੰਗੀ ਕਰਕੇ ਮਤਲਬ 6 ਰੁਪਏ ਵਧਾ ਕੇ 3 ਰੁਪਏ ਸਸਤੀ ਕਰਨੀ, ਇਹ ਕੋਈ ਮੁੱਦਾ? ਇਹ ਤਾਂ ਮੁੱਦਾ ਨਹੀਂ। ਥੋੜਾ ਚੋਣ ਮੈਨੀਫੈਸਟੋ ਦਾ ਦੱਸੋ ਤੁਸੀਂ, ਕਿਹੜੀ ਲਕੀਰ ਇੱਕ ਲਾਈਨ ਤੁਸੀਂ ਕਰੀ ਹੈਗੀ। ਇਸ ਕਰਕੇ ਇਹ ਚੀਜ਼ਾਂ ਨਹੀਂ, ਤਾਂ ਹੀ ਤਾਂ ਸਿੱਧੂ ਚੀਕਾਂ ਮਾਰਦਾ। ਇਹਨਾਂ ਦਾ ਹੀ ਪ੍ਰਧਾਨ ਹੈ ਵੀ ਲੋਲੀਪੌਪ ਨਾਲ ਨਹੀਂ ਜਿੱਤ ਹੋਣਾ, ਏਜੰਡੇ ਤੇ ਆਓ, ਏਜੰਡੇ ਤੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ। ਇਸੇ ਮੁੱਦੇ ਨੂੰ ਲੈ ਕੇ ਤਾਂ ਕੇਜਰੀਵਾਲ ਪੰਜਾਬ ਜਾਏ, ਅੱਜ ਤੁਸੀਂ ਕਹਿੰਦੇ ਹੋ ਕੋਈ ਮੁੱਦਾ ਹੈ? ਬਿਲਕੁਲ ਉਹਨਾਂ ਕੀਤਾ ਨਾ ਦਿੱਲੀ। ਅੱਛਾ ਨਹੀਂ, ਮੈਂ ਤਾਂ ਉਹੀ ਕਹਿਣਾ ਵੀ ਇਹਨਾਂ ਨੇ ਲੁੱਟ ਮਚਾਈ ਹੋਈ ਹੈ। ਇਹ ਬਿਜਲੀ ਤਾਂ ਮਹਿੰਗੀ ਹੋਣੀ ਨਹੀਂ ਚਾਹੀਦੀ, ਕਿਉਂਕਿ ਗਰੀਬ ਨੇ ਵੀ ਵਰਤਣੀ ਹੈ, ਅਮੀਰ ਨੇ। ਬਾਕੀ ਹੁਣ ਤੁਹਾਨੂੰ ਮੈਂ ਗਗਨ ਜੀ ਹੋਰ ਦੱਸ ਦਿੰਦਾ, ਇਹ ਬਿਜਲੀ ਸਸਤੀ ਦਾ ਫਰਕ ਕੀ ਪੈਣਾ। ਹੁਣ ਠੰਡ ਆ ਗਈ, ਠੰਡ ਤਾਂ ਉਦਾਂ ਹੀ ਬਿੱਲ ਨਹੀਂ, ਤੁਹਾਡੀ ਯੂਨਿਟ ਘੁੰਮਦੀ, ਕੰਜੰਪਸ਼ਨ ਘਟ ਜਾਂਦੀ ਹੈ, ਏਸੀ ਬੰਦ ਹੋ ਜਾਂਦੇ, ਪੱਖੇ ਬੰਦ ਹੋ ਜਾਂਦੇ, ਪਾਣੀ ਦੀ ਕੰਜੰਪਸ਼ਨ ਘਟ ਜਾਂਦੀ ਹੈ, ਮੋਟਰਾਂ ਜਿਹੜੀਆਂ ਪੰਪ ਕਰਕੇ ਚੱਕਦੇ। ਹੁਣ ਤਾਂ ਬਿਜਲੀ ਦਾ ਬਿੱਲ 1/3 ਰਹਿ ਜਾਂਦਾ। ਇਹ ਜਿਹੜਾ ਗਰਮੀਆਂ 'ਚ ਇਹਨਾਂ ਦਾ ਲਹੂ ਚੂਸਿਆ ਉਹ ਕਿੱਥੇ ਜਾਊਗਾ। ਇਸ ਕਰਕੇ ਹੁਣ ਤਾਂ ਜਿਵੇਂ ਚੰਦੂ ਮਾਜਰੇ ਨੇ ਕਿਹਾ 1 ਬਿੱਲ ਆਉਣਾ, ਉਹ ਵੀ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਵਾਅਦੇ ਹੀ ਆ। ਕਿਉਂਕਿ ਮਨਪ੍ਰੀਤ ਬਾਦਲ ਨੇ ਪਿਛਲੀ ਦੀਵਾਲੀ ਨੂੰ ਕਿਹਾ ਸੀ ਵੀ ਅਸੀਂ ਮੋਬਾਈਲ ਫੋਨ ਵੰਡਾਂਗੇ, ਆ ਦੂਜੀ ਦੀਵਾਲੀ ਆ ਗਈ, ਇਹਨਾਂ ਦੇ ਐਲਾਨ ਹੀ ਰਹਿ ਜਾਂਦੇ। ਹੁਣ ਇਹ ਵੀ ਐਲਾਨ ਹੀ ਹੈ। ਜਦੋਂ ਅਸੀਂ ਬਿਜਲੀ ਦੇ ਬਿੱਲ ਲੈ ਕੇ ਬੋਰਡ 'ਚ ਜਾਊਂਗੇ ਨਾ, ਉਹਨਾਂ ਨੇ ਇਹੀ ਕਹਿਣਾ ਸਰਕਾਰੀ ਹੁਕਮ ਸਾਡੇ ਤੱਕ ਪਹੁੰਚਿਆ ਨਹੀਂ ਜੀ, ਉਹ ਤਾਂ ਐਲਾਨ ਸੀ। ਇਸ ਕਰਕੇ ਜਦੋਂ ਤੱਕ ਅਗਲਾ ਬਿੱਲ ਨਹੀਂ ਆ ਜਾਂਦਾ, ਅਸੀਂ ਨਹੀਂ ਵਿਸ਼ਵਾਸ ਕਰਦੇ ਇਹਨਾਂ ਦੇ ਵਾਅਦਿਆਂ ਤੇ। ਠੀਕ ਹੈ ਚੇਤਨ ਜੋਸ਼ੀ ਜੀ, ਤੁਹਾਡਾ ਕੀ ਕਹਿਣਾ ਹੈ ਸੀਐਮ ਚੰਨੀ ਦੇ ਐਲਾਨ ਦੇ ਬਾਰੇ? ਨਵਜੋਤ ਸਿੰਘ ਸਿੱਧੂ ਹਾਲਾਂਕਿ ਤੰਜ਼ ਕੱਸ ਰਹੇ ਨੇ, ਉਹਨਾਂ ਨੂੰ ਤਾਂ ਪਸੰਦ ਆਇਆ ਨਹੀਂ, ਤੁਹਾਨੂੰ ਪਸੰਦ ਆਇਆ ਕਿ ਨਹੀਂ ਪਸੰਦ ਆਇਆ ਦੀਵਾਲੀ ਗਿਫਟ? ਦੇਖੋ ਗਗਨ ਜੀ, ਬਲੀਆਵਾਲ ਸਾਹਿਬ ਮੇਰੇ ਦੋਸਤ ਨੇ, ਬੜੇ ਵਧੀਆ ਭਰਾ ਨੇ, ਅਕਸਰ ਸਾਡੀਆਂ ਡਿਬੇਟ ਦੇ ਵਿੱਚ ਤਕਰਾਰ ਇੱਕ ਦੂਜੇ ਨਾਲ ਹੁੰਦੀ ਆ। ਔਰ ਅੱਜ ਕਿੰਨੀ ਖੂਬਸੂਰਤੀ ਨਾਲ 35% ਵਧੇ ਹੋਏ ਬਿਜਲੀ ਨੂੰ ਘਟਾ ਕੇ ਪੇਸ਼ ਕਰ ਰਹੇ ਨੇ। ਉਹ ਪੰਜਾਬੀ 'ਚ ਕਹਾਵਤ ਨਹੀਂ ਹੈਗੀ ਕਾਂਗਰਸੀਆਂ ਦੀ, ਆਪ ਹੀ ਨਹੀਂ ਮੈਂ ਰੱਜੀ ਬੁੱਝੀ, ਆਪੇ ਨਹੀਂ ਮੇਰੇ ਬੱਚੇ ਜੀਣ। ਆਪਣੇ ਆਪ ਹੀ ਕਰਾ ਲਿਆ ਜੀ ਇਹਨਾਂ ਨੇ। ਪੰਜਾਬ ਦੇ ਵਿੱਚੋਂ ਸਰਵੇ ਕਰਾ ਲਿਆ, ਲੋਕੀ ਕਹਿੰਦੇ ਫ੍ਰੀ ਅਸੀਂ ਬਿਜਲੀ ਨਹੀਂ ਲੈਣੀ, ਅਸੀਂ ਸਸਤੀ ਬਿਜਲੀ ਲੈਣੀ ਹੈ। ਚਲੋ ਕੁਝ ਮਾੜਾ ਮੋਟਾ ਕੰਮ ਤਾਂ ਕੀਤਾ, ਲੇਕਿਨ ਕਾਰਨ ਇਹਦੇ ਵਿੱਚ ਇਹ ਸਭ ਤੋਂ ਵੱਡਾ ਆ ਰਿਹਾ ਵਾ ਵੀ ਜਿਹੜਾ ਕੰਮ ਸਾਨੂੰ ਦੂਸਰੀ ਪਾਰਟੀਆਂ ਨੂੰ ਕਰਨਾ, ਉਹ ਤੇ ਸਿੱਧੂ ਸਾਹਿਬ ਆਪਣੇ ਆਪ ਕਰੀ ਜਾ ਰਹੇ ਨੇ। ਹੁਣ ਕਿਤੇ ਨਾ ਕਿਤੇ ਪੰਜਾਬ ਭਵਨ ਵਿੱਚ ਤੇ ਕਾਂਗਰਸ ਭਵਨ ਦੇ ਵਿੱਚ ਵੀ ਇੱਕ ਲੜਾਈ ਸ਼ੁਰੂ ਹੋ ਗਈ ਹੈ। ਮਤਲਬ ਹੁਣ ਜੇ ਬਲੀਆਵਾਲ ਸਾਹਿਬ ਪੰਜਾਬ ਭਵਨ ਦੀ ਪ੍ਰੈਸ ਕਾਨਫਰੰਸ ਦਾ ਹਵਾਲਾ ਦੇ ਕੇ ਗੱਲ ਕਰ ਰਹੇ ਨੇ, ਮੈਂ ਹੁਣ ਕਹਿੰਦਾ ਤੁਹਾਨੂੰ ਬੇਨਤੀ ਕਰਨਾ, ਇੱਕ ਕਾਂਗਰਸ ਭਵਨ ਤੋਂ ਵੀ ਨੁਮਾਇੰਦਾ ਬੁਲਾ ਲਿਆ ਕਰੋ, ਤਾਂ ਕਿ 2 ਕਾਂਗਰਸ ਦੇ ਨੁਮਾਇੰਦੇ ਬੈਠੇ ਹੋਣ, ਇੱਕ ਸਿੱਧੂ ਸਾਹਿਬ ਦੀ ਗੱਲ ਕਰਿਆ ਕਰਨ, ਇੱਕ ਸੀਐਮ ਸਾਹਿਬ ਦੀ ਗੱਲ ਕਰਿਆ ਕਰਨ। ਐਡਾ ਵੱਡਾ ਚੁਣਾਵੀ ਸਟੰਟ ਛੱਡ ਕੇ ਇਹ ਏਡੇ ਦੀ ਗੱਲ ਕਰਦੇ ਪਏ ਨੇ। ਅਸੀਂ ਪਤਾ ਨਹੀਂ ਲੋਕਾਂ ਨੂੰ ਕਿੱਡਾ ਵੱਡਾ ਰਿਲੀਫ ਦੇਤਾ। ਬਲੀਆਵਾਲ ਸਾਹਿਬ 2017 ਦੇ ਵਿੱਚ ਅਨਾਉਂਸਮੈਂਟ ਕੀਤੀ ਸੀ ਤੁਸੀਂ ਆਪਣੇ ਨੁਕਤਿਆਂ ਦੇ ਵਿੱਚ, 2017 ਦੇ ਵਿੱਚ, ਯਾਨੀ ਕਿ ਹੁਣ ਤੁਸੀਂ ਦੁਬਾਰਾ ਇਲੈਕਸ਼ਨ ਦੇ ਵਿੱਚ ਜਦੋਂ ਆਓਗੇ, ਜਿਹੜੇ ਤੁਸੀਂ ਵਾਅਦੇ ਕਰੋਗੇ ਲੋਕਾਂ ਦੇ ਨਾਲ, ਉਹਦੇ ਵਿੱਚ 16-17 ਤਾਂ ਉੱਡ ਜਾਣੇ ਨੇ। ਤੇ ਜਿਹੜੇ ਮਾੜਾ ਮੋਟਾ ਕਰਨਾ ਹੋਊਗਾ ਠੀਕ, ਪਹਿਲਾਂ ਉਹਦੇ ਰੇਟ ਵਧਾ ਦਿਓ, ਤੇ 4 ਸਾਲ 10 ਮਹੀਨੇ ਉਹਦੇ ਉੱਤੇ ਕੋਈ ਗੱਲ ਨਾ ਕਰੋ। ਯਾਨੀ ਕਿ ਕਾਂਗਰਸ ਇੱਕ ਡੁੱਬਦਾ ਜਹਾਜ਼ ਤੁਸੀਂ ਆਪ ਹੀ ਡਿਕਲੇਅਰ ਕਰਤਾ। ਅੱਜ ਕਾਂਗਰਸ ਪਾਰਟੀ ਨੇ, ਸੀਐਮ ਚੰਨੀ ਸਾਹਿਬ ਨੇ ਜਿਹੜੀ ਅਨਾਉਂਸਮੈਂਟ ਕੀਤੀ ਆ, ਉਹ ਸਾਫ਼-ਸਾਫ਼ ਦੱਸਦੀ ਆ ਵੀ ਇੰਨੇ ਕੁ ਪੈਸੇ ਅਸੀਂ ਘਟਾ ਕੇ ਗਰਿਆਰਾ ਕਰਨ ਲੱਗੇ ਆ ਕਿ ਸਾਨੂੰ ਪਿੰਡਾਂ 'ਚ ਸ਼ਹਿਰਾਂ 'ਚ ਜਾਣ ਜੋਗਾ ਕਰ ਦਈਏ। ਲੇਕਿਨ ਸਿੱਧੂ ਸਾਹਿਬ ਨੇ ਸਹੀ ਗੱਲ ਕਹੀ ਆ, ਇਹ ਚੁਣਾਵੀ ਸਟੰਟ ਆ ਕਾਂਗਰਸ ਦਾ। ਉਹ ਬਿਲਕੁਲ, ਉਹ ਕਹਿੰਦੇ ਨਾ ਕਿ ਮੈਂ ਜਿਸਕਾ ਜ਼ਿਕਰ ਕਰਤਾ ਹੂੰ ਉਹ ਮੇਰੀ ਫਿਕਰ ਕਰਤਾ ਹੈ। ਉਹ ਜ਼ਿਕਰ ਕਰਦੇ ਨੇ ਪੰਜਾਬ ਦੇ ਲੋਕਾਂ ਦਾ ਵੀ ਜੇ ਅਸੀਂ ਪੰਜਾਬ 'ਚ ਵੜਨਾ ਵਾ ਤੇ ਕਿਹੜਾ ਮੂੰਹ ਲੈ ਕੇ ਵੜਾਂਗੇ ਅਸੀਂ। ਇਹਨਾਂ ਨੂੰ ਤਾਂ ਬੜਾ ਇਹਨਾਂ ਨੇ ਪਤਾ ਸਲੈਬ ਵਾਈਜ਼ ਕੀਤਾ ਵਾ, 100 ਯੂਨਿਟ ਤੇ ਕੋਈ ਸਲੈਬ ਆ, 300 ਯੂਨਿਟ ਤੇ ਕੋਈ ਸਲੈਬ ਆ। ਚਲੋ ਇਹ ਤੁਸੀਂ ਕਰਦੇ ਪਏ ਜੇ, ਉਹਨਾਂ ਦਾ ਸਾਰਾ ਲੇਖਾ ਜੋਖਾ ਅਗਲੇ ਮਹੀਨੇ ਬਿੱਲ ਤੋਂ ਬਾਅਦ ਆ ਜਾਣਾ। ਵਪਾਰੀਆਂ ਵਾਸਤੇ ਕੀ ਕੀਤਾ ਤੁਸੀਂ, ਇੰਡਸਟਰੀ ਵਾਸਤੇ ਕੀ ਕੀਤਾ? ਇੰਡਸਟਰੀ ਦਾ ਤੇ ਜ਼ਿਕਰ ਹੀ ਨਹੀਂ ਕੀਤਾ ਇਹਨਾਂ ਨੇ। ਉਹ ਜਿਹੜੀ MSME ਦਾ ਰੌਲਾ ਪਾਉਂਦੇ ਨੇ, ਪ੍ਰੋਗਰੈਸਿਵ ਪੰਜਾਬ ਦਾ ਸਤਿਕਾਰਯੋਗ ਚੰਨੀ ਸਾਹਿਬ ਰੌਲਾ ਪਾ ਕੇ ਇੰਡਸਟਰੀ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੰਡਸਟਰੀ ਤੇ ਬੈਠੀ ਬੈਠੀ ਤੁਸੀਂ ਮਾਰਨ ਡਿਆ ਜੇ। ਤੁਹਾਨੂੰ ਪਤਾ ਇਸ ਟਾਈਮ ਇੰਡਸਟਰੀ ਦੀ ਹਾਲਤ ਕੀ ਚੱਲਦੀ ਪਈ ਹੈ? ਇੰਡਸਟਰੀ ਵਾਲੇ ਜਿਹੜੇ ਜਿੰਨੇ ਵੀ ਵਪਾਰੀ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਨਾਲ ਤੇ ਸਿੱਧੂ ਸਾਹਿਬ ਮਿਲ ਕੇ ਚੱਲ ਜਾਂਦੇ ਨੇ
ਅੰਮ੍ਰਿਤਸਰ ਇੱਕ ਕਾਨਫਰੰਸ ਹੋਈ ਸੀ ਬੜੀ ਵੱਡੀ, ਉਹਦੇ ਵਿੱਚ ਕਿਸ਼ਨ ਕੁਮਾਰ ਕੁੱਕੂ ਇਹਨਾਂ ਦਾ ਹੀ ਬੰਦਾ ਸੀਗਾ, ਉਹਨਾਂ ਨੇ ਆਪਣੇ ਇੰਡਸਟਰੀਲਿਸਟ ਬੰਦੇ ਇਕੱਠੇ ਕੀਤੇ, ਵੱਡੇ ਵੱਡੇ ਸਿੱਧੂ ਸਾਹਿਬ ਉੱਥੇ ਚੋਣਾਂ ਦੇ ਕਰਕੇ ਆ ਜੀ ਸਾਨੂੰ ਤੁਸੀਂ ਵੋਟ ਪਾਓ ਅਗਲੀ ਵਾਰੀ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ। ਕਹਿੰਦੇ ਮਹਾਰਾਜ ਪਹਿਲਾਂ ਕੀ ਕੀਤਾ ਜੇ 2017 ਦਾ, ਪਹਿਲਾਂ ਪੁਰਾਣੀ ਚੀਜ਼ਾਂ ਤੇ ਆਓ। ਤੁਸੀਂ ਤੇ ਕਰਵਾ ਚੌਥ ਦੇ ਵਰਤ ਦੀ ਥਾਲੀ ਵਾਂਗੂ ਨੁਕਤਿਆਂ ਦੀਆਂ ਥਾਲੀਆਂ ਬਣਾ ਕੇ, ਜਿੱਦਾਂ ਲੇਡੀਜ਼ ਇੱਕ ਦੂਜੇ ਦੇ ਹੱਥ ਥਾਲੀ ਫੜਾ ਕੇ ਫਿਰ ਆਪਣੀ ਥਾਲੀ ਘਰ ਲੈ ਜਾਂਦੀਆਂ, ਤੁਸੀਂ ਤੇ ਆਪਣੀ ਆਪਣੀ ਥਾਲੀ ਇੱਕ ਦੂਜੇ ਦੇ ਹੱਥ ਫੜਾਉਂਦੇ ਜੇ, ਫਿਰ ਘੁੰਮ ਕੇ ਆਪਣੀ ਥਾਲੀ ਆਪਣੇ ਹੱਥ ਚਾਹੀਦੀ, ਚਲੋ ਜੀ ਵਰਤ ਬਣਾਇਆ ਗਿਆ ਘਰ ਚਲੀਏ। ਉਹੀ ਹਿਸਾਬ ਪੰਜਾਬ ਸਰਕਾਰ ਦਾ ਵਾ, ਕੱਖ ਨਹੀਂ ਕਰਨ ਜੋਗੀ, ਡੁੱਬਦਾ ਜਹਾਜ਼ ਹੈ ਇਸ ਟਾਈਮ। ਮਹੀਨਾ ਡੇਢ ਮਹੀਨਾ ਰਹਿ ਗਿਆ ਇਹਨਾਂ ਕੋ, ਉਹਦੇ ਵਿੱਚ ਜਿੰਨੀ ਇੱਕ ਰੇਸ਼ੋ ਬਣਾਈ ਆ ਕੈਪਟਨ ਸਾਹਿਬ ਵੱਲੋਂ ਕਹਿੰਦੇ ਨੇ ਜੀ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ। ਵੇਖੋ ਅਜੇ ਤੱਕ ਕਾਂਗਰਸ ਦੇ ਵਿੱਚ ਨੇ ਤੇ ਆਪ ਹੀ ਗਾਲਾਂ ਕੱਢੀ ਜਾਣ ਰਹੇ ਨੇ ਕੈਪਟਨ ਸਾਹਿਬ ਨੂੰ, ਗਲੀਆਂ ਗਲਤ ਗੱਲ ਇਹਨਾਂ ਨੂੰ ਗੱਲਾਂ ਕਹੀ ਜਾ ਰਹੇ ਨੇ ਜੀ ਉਹਨਾਂ ਨੇ ਕੁਛ ਆਹ ਕਰਤਾ ਕੁਛ ਆਹ ਕਰਤਾ। ਭਾਈ ਸਾਹਿਬ 2017 ਦੇ ਵਿੱਚ ਕੈਪਟਨ ਸਾਹਿਬ ਨੂੰ ਸੀਐਮ ਬਣਾਇਆ ਸੀ ਲੋਕਾਂ ਨੇ, ਸਤਿਕਾਰਯੋਗ ਚੰਨੀ ਸਾਹਿਬ ਨੂੰ ਨਹੀਂ, ਤੇ ਚੰਨੀ ਸਾਹਿਬ ਇੱਕ ਥੋਪੇ ਗਏ, ਇੱਕ ਕਾਂਗਰਸ ਵੱਲੋਂ ਪੰਜਾਬ ਦੀ ਜਨਤਾ ਦੇ ਉੱਤੇ ਪੇਸ਼ ਕੀਤੇ ਗਏ, ਪਾਰਟੀ ਵੱਲੋਂ ਪ੍ਰੈਜ਼ੈਂਟ ਕੀਤੇ ਗਏ ਚੀਫ ਮਿਨਿਸਟਰ ਨੇ, ਲੋਕਾਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ 2017 ਚ ਵੋਟਾਂ ਨਹੀਂ ਸੀ ਪਾਈਆਂ। ਸੋ ਬਲੀਆਵਾਲ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ, ਤੁਸੀਂ ਬਹੁਤ ਸੋਹਣਾ ਪ੍ਰੈਜ਼ੈਂਟ ਕਰ ਰਹੇ ਹੋ, ਲੇਕਿਨ ਇੱਕ ਹੋਰ ਪ੍ਰਵਕਤਾ ਨਾਲ ਲੈ ਕੇ ਆਇਆ ਕਰੋ ਕਾਂਗਰਸ ਤੋਂ ਬੰਦਾ। ਭਰੋਸਾ ਕਰ ਪਾਉਣਗੇ ਜੋ ਸੀਐਮ ਖੁਦ ਲੋਕਾਂ ਨੇ ਨਹੀਂ ਚੁਣਿਆ, ਪਾਰਟੀ ਲੈਵਲ ਤੇ ਚੁਣਿਆ ਗਿਆ। ਇਹ ਗੱਲਬਾਤ ਤੇ ਚਰਚਾ, ਇਹ ਸਵਾਲ ਜਵਾਬ ਦਾ ਸਿਲਸਿਲਾ ਜਾਰੀ ਰਹੇਗਾ। ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਵਾਪਸ ਹੋ ਰਹੇ ਹਾਂ। ਬਲੀਆਵਾਲ ਜੀ, ਬਹੁਤ ਸਾਰੇ ਸਵਾਲ ਚੰਦੂ ਮਾਜਰਾ ਜੀ ਨੇ ਤੁਹਾਨੂੰ ਕੀਤੇ, ਉਹਨਾਂ ਦਾ ਜਵਾਬ ਵੀ ਦੇ ਦਿਓ, ਪੀਪੀਏ ਨੂੰ ਲੈ ਕੇ ਜੋ ਸਵਾਲ ਕੀਤੇ ਨੇ। ਨਾਲੇ ਸਰ ਇੱਕ ਗੱਲ ਹੋਰ ਮੇਰਾ ਵੀ ਸਵਾਲ ਹੈ, ਸਰ ਪੈਟਰੋਲ ਕਦੋਂ ਪਵਾਇਆ ਸੀ ਗੱਡੀ 'ਚ? ਲਾਸਟ ਪੈਟਰੋਲ ਕਦੋਂ ਪਵਾਇਆ ਸੀ ਗੱਡੀ 'ਚ ਤੁਸੀਂ? ਐਕਚੁਅਲੀ ਮੇਰੇ ਕੋਲ ਪੈਟਰੋਲ ਵਾਲੀ ਗੱਡੀ ਹੈ ਨਹੀਂ, ਡੀਜ਼ਲ ਹੈ। ਤੇ ਪੈਟਰੋਲ ਦਾ ਰੇਟ ਪਤਾ ਤੁਹਾਨੂੰ ਇਸ ਵੇਲੇ ਕੀ ਚੱਲਦਾ ਪੰਜਾਬ? ਬਿਲਕੁਲ ਪਤਾ, ਬਿਲਕੁਲ ਪਤਾ। ਕਿੰਨੇ ਰੁਪਏ ਪ੍ਰਤੀ ਲੀਟਰ ਹੈ ਪੈਟਰੋਲ ਦੀ ਕੀਮਤ? ਮੈਂ ਉਹਦੇ ਤੇ ਗੱਲ ਕਰ, ਮੈਂ ਹੁਣੇ ਗੱਲ ਕਰ, ਮੈਂ ਉਹਦੇ ਤੇ ਗੱਲ ਕਰਦਾ ਹੁਣੇ। ਜਿੱਥੇ ਰਾਹਤ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਉੱਥੇ ਦੇ ਸਕਦੀ ਹੈ ਸਰਕਾਰ, ਬਜਾਏ ਇਸ ਦੇ ਕਿ ਨਵੇਂ ਐਲਾਨ ਕੀਤੇ ਜਾਣ। ਬਿਲਕੁਲ ਦੇ ਸਕਦੀ ਹੈ, ਮੈਂ ਉਸੇ ਤੇ ਆਉਂਦਾ। ਤੁਸੀਂ ਕਿਹਾ ਪੈਟਰੋਲ ਤੇ ਡੀਜ਼ਲ ਦੀ ਗੱਲ, ਮੈਂ ਪਹਿਲਾਂ ਆਖੀ ਕਿ ਲੋਕਾਂ ਦਾ ਕੰਜ਼ੂਮਰ ਨਿਕਲਿਆ ਹੋਇਆ ਪੈਟਰੋਲ ਡੀਜ਼ਲ ਦੇ ਨਾਲ ਤੇ ਬਿਜਲੀ ਦੀ ਮਹਿੰਗਾਈ ਦੇ ਨਾਲ। ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜਾ ਘਰਾਂ ਦਾ ਬਜਟ ਹਿੱਲਿਆ ਹੋਇਆ ਵਾ, ਅਸੀਂ ਕੇਜਰੀਵਾਲ ਵਾਂਗੂ ਨਹੀਂ ਆਖਿਆ ਕਿ ਮਹਿਲਾਵਾਂ ਲਈ ਤੋਹਫਾ, ਅਸੀਂ ਤਾਂ ਇਹੀ ਕਿਹਾ ਕਿ ਅਸੀਂ ਆਪਦੇ ਪੰਜਾਬ ਦੇ ਲੋਕਾਂ ਨੂੰ, ਤੇ ਮੇਰੇ ਜਿੰਨੇ ਤਿੰਨੋਂ ਭਾਈ ਬੈਠੇ ਆ ਸਾਡੀਆਂ ਭਰਜਾਈਆਂ ਖੁਸ਼ ਹੋਣਗੀਆਂ ਕਿ ਥੋੜਾ ਜਿਹਾ ਜਿਹੜਾ ਸਾਡਾ ਘਰ ਦਾ ਬਜਟ ਹਿੱਲਿਆ ਹੋਇਆ ਸੀ ਉਹ ਠੀਕ ਹੋ ਜਾਊਗਾ ਇਸ ਚੀਜ਼ ਦੇ ਨਾਲ। ਮੈਂ ਪੈਟਰੋਲ ਆਪ ਪਵਾਇਆ ਕਰੋ ਸਰ ਗੱਡੀ 'ਚ, ਪਤਾ ਚੱਲੇ। ਮੇਰੇ ਕੋਲ ਨਾ ਕੋਈ ਡਰਾਈਵਰ ਹੈ ਨਾ ਕੋਈ ਗਨਮੈਨ ਹੈ, ਆਪਣਾ ਕੀ ਪੈਟਰੋਲ ਕਹਿੰਦੇ ਪਵਾਇਆ ਕਰੋ ਸਰ ਗੱਡੀ 'ਚ। ਮੈਂ ਡੀਜ਼ਲ ਪਵਾਦਾ। ਜਿਹੜਾ ਇਨਸਾਨ ਡੀਜ਼ਲ ਵੀ ਕੋਈ ਸਸਤਾ ਨਹੀਂ ਹੈ, ਪੈਟਰੋਲ ਡੀਜ਼ਲ ਦੀ ਕੀਮਤ 'ਚ ਜ਼ਿਆਦਾ ਫਰਕ ਨਹੀਂ ਹੈ। ਮੈਨੂੰ ਪਤਾ 100 ਰੁਪਏ ਡੀਜ਼ਲ ਹੋ ਚੁੱਕਿਆ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਤੁਹਾਡੇ ਚੈਨਲ ਤੇ ਕਿ ਜਿਹੜੇ ਸਾਡੇ ਭਰਾ ਬੈਠੇ ਨੇ, ਜਿਹੜਾ ਬੰਦਾ ਆਪ ਬੀਜੇਪੀ ਵਾਲੇ, ਪੈਟਰੋਲ ਡੀਜ਼ਲ ਆਪਣੀਆਂ ਗੱਡੀਆਂ 'ਚ, ਮੈਨੂੰ ਕੋਈ ਦੂਜੀ ਸਰਕਾਰੀ ਕਿਵੇਂ ਪੈਸੇ ਨਿਕਲਦੇ ਨੇ ਉਹਨਾਂ ਨੂੰ ਪਤਾ ਚੱਲਦਾ। ਫਿਰ ਗਗਨ ਗੱਲ ਸੁਣੋਗੇ, ਮੈਨੂੰ ਕੋਈ ਸਰਕਾਰ ਕੋਈ ਮੇਰੀ ਗੱਡੀ 'ਚ ਤੇਲ ਨਹੀਂ ਪਵਾ ਰਹੀ, ਨਾ ਕੋਈ ਦੂਸਰਾ ਬੰਦਾ ਪਵਾਦਾ, ਮੈਂ ਆਪਦੀ ਜੇਬ 'ਚੋਂ ਹੀ ਪਵਾਦਾ, ਕਾਰਡ ਸਵਾਈਪ ਕਰਦਾ ਮੈਂ, ਜਿਹੜੇ 5-6 ਰੁਪਏ ਵਾਪਸ ਹੀ ਮੁੜਦੇ, ਮੈਨੂੰ ਉਹਦੇ 'ਚ ਵੀ ਖੁਸ਼ੀ ਹੁੰਦੀ ਹੈ। ਮੈਂ ਇਸੇ ਲਈ ਕਿਹਾ ਸੀ ਕਿ ਬੀਜੇਪੀ ਦੇ ਮੇਰੇ ਮਿੱਤਰ ਬੈਠੇ ਨੇ, ਦੀਵਾਲੀ ਦਾ ਤੋਹਫਾ ਇਹ ਵੀ ਦੇ ਦੇਣ ਜਿਹੜਾ 32 ਰੁਪਏ ਦੀ ਐਕਸਾਈਜ਼ ਡਿਊਟੀ ਬਣਾਈ ਹੋਈ ਹੈ ਨਾ, ਜਿਹਨੂੰ ਸਿਰਫ ਕਹਿੰਦੇ ਨੇ ਜਿਹੜੇ ਹਰਦੀਪ ਪੁਰੀ ਜੀ ਨੇ, ਉਹ 'ਚ ਘਟਾ ਕਰਦੇ ਨਰਿੰਦਰ ਮੋਦੀ ਜੀ, ਤਾਂ ਸਾਡੇ ਸਾਰਿਆਂ ਦੀ ਦੀਵਾਲੀ ਹੋਰ ਵਧੀਆ ਹੋ ਜਾਊਗੀ। ਅਸੀਂ ਤਾਂ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ। ਮੈਂ ਤਾਂ, ਮੇਰਾ ਭਰਾ ਬੋਲਦਾ ਸੀ ਚੇਤਨ ਦੋਸ਼ੀ, ਇਹਨਾਂ ਨੂੰ ਕਹਿਣਾ ਚਾਹੁੰਦਾ ਜਿਹੜਾ 15 ਲੱਖ ਰੁਪਏ ਦੀ ਅਨਾਉਂਸਮੈਂਟ ਮੋਦੀ ਜੀ ਨੇ ਕੀਤੀ ਸੀ ਉਹਦਾ ਵਿਆਜ ਹੀ ਇਸ ਦੀਵਾਲੀ ਤੇ ਦਵਾ ਦਿੰਦਾ, ਲੋਕਾਂ ਦੀ ਦੀਵਾਲੀ ਹੋਰ ਬੈਟਰ ਹੋ ਜਾਊਗੀ। ਸਾਈਕਲ ਦੀ ਪੀਪੀਏ ਦੀ ਗੱਲ ਕੀਤੀ ਗਈ, ਪੀਪੀਏ ਰੱਦ ਹੋ ਰਹੇ ਆ ਤੇ ਉਸ ਦੇ ਲਈ ਅਸੀਂ ਸੈਸ਼ਨ ਵੀ 8 ਤਰੀਕ ਨੂੰ ਬੁਲਾ ਲਿਆ ਗਿਆ। ਤੇ ਮੇਰੀ ਚੰਦੂ ਮਾਜਰਾ ਸਾਹਿਬ ਨੂੰ ਬੇਨਤੀ ਹੈ ਕਾਈਂਡਲੀ ਵਾਕ ਆਊਟ ਕਰਕੇ ਨਾ ਜਾਣ, ਗੱਲਾਂ ਰੱਖਣ, ਕੀ ਠੀਕ ਸੀ ਕੀ ਗਲਤ ਸੀ ਬਿਲਕੁਲ ਦੱਸਾਂਗੇ ਉਸ ਸੈਸ਼ਨ ਦੇ ਵਿੱਚ। ਉਮੀਦ ਹੈ ਕਿ ਅਕਾਲੀ ਦਲ ਪੂਰਾ ਸੈਸ਼ਨ ਅਟੈਂਡ ਕਰੂਗਾ ਤੇ ਵਾਕਆਊਟ ਕਰਕੇ ਨਹੀਂ ਜਾਊਗਾ, ਤੇ ਆਮ ਆਦਮੀ ਪਾਰਟੀ ਵਾਲੇ ਵੀ। ਤੀਜੇ ਮੇਰੇ ਭਰਾ ਨੇ ਗੱਲ ਕੀਤੀ ਸੀ ਇਕਬਾਲ ਸਿੰਘ ਹੁਣਾਂ ਨੇ ਮੋਬਾਈਲ ਫੋਨ ਮਿਲ ਗਏ, ਸਾਨੂੰ ਪਤਾ ਨਹੀਂ ਸੀਗਾ ਕਿ ਇਕਬਾਲ ਸਿੰਘ ਹੁਣੀ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ, ਤੇ ਕਿਉਂਕਿ 3,84,000 ਸਾਡੀ ਜਿਹੜੀਆਂ ਭੈਣਾਂ ਨੇ ਛੋਟੀਆਂ, ਉਹਨਾਂ ਨੂੰ ਅਸੀਂ ਮੋਬਾਈਲ ਦੇ ਚੁੱਕੇ ਹਾਂ। ਸਾਨੂੰ ਨਹੀਂ ਪਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਣੇ ਆ। ਉਮੀਦ ਕਰਾਂਗੇ ਸਰਕਾਰ ਸੁਣੇ ਤਾਂ ਇਹਨਾਂ ਕੋਲ ਨਹੀਂ ਹੋਣਗੇ ਤਾਂ ਅਸੀਂ ਪ੍ਰੋਵਾਈਡ ਕਰਾਵਾਂਗੇ। ਤੀਸਰੀ ਗੱਲ ਜਿਹੜੀ ਇਹ ਚੀਜ਼ ਨਾਲ ਮੈਂ ਉਹੀ ਕਿਹਾ 3,84,000 ਸਾਡੀਆਂ ਬੱਚੀਆਂ ਨੂੰ ਮਿਲ ਚੁੱਕਿਆ ਮੋਬਾਈਲ ਫੋਨ, ਜਿਹੜੀਆਂ ਨੂੰ ਮਿਲਿਆ ਵਾ ਉਹ ਆਪੇ ਦੱਸ ਦੇਣਗੇ। ਮੈਂ ਇੱਕ ਗੱਲ ਕਹਿ ਰਿਹਾ ਕਿ ਸਰਕਾਰ ਨੇ ਆਪਦੇ ਵਾਅਦਿਆਂ ਨੂੰ ਜਿਹੜੀ ਆ ਉਹਨੂੰ ਤੋੜਨ ਦੀ ਤੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। 5,000 ਕਰੋੜ ਦੀ ਮੈਂ ਇਸੇ ਕਿਹਾ ਕਿ ਭਾਈ ਭਤੀਜਾ ਵਾ, ਅਕਾਲੀ ਕਾਂਗਰਸੀ ਭਾਜਪਾ ਨਹੀਂ ਕੀਤਾ ਗਿਆ। ਜੋ ਰਾਹਤ ਦਿੱਤੀ ਗਈ ਹੈ ਸਭ ਨੂੰ ਦਿੱਤੀ ਗਈ ਹੈ। ਅਗਰ 3,316 ਕਰੋੜ ਰੁਪਇਆ ਹੁਣ ਮਾਫ ਕਰ ਰਹੇ ਆ ਤੇ 600 ਕਰੋੜ ਰੁਪਇਆ ਇਸ ਸਾਲ ਦੇ 3 ਮਹੀਨੇ 4 ਮਹੀਨੇ ਪਹਿਲਾਂ ਮਾਫ ਕੀਤਾ ਸੀ। 4,000 ਕਰੋੜ ਉਹ
ਤੇ ਜਿਹੜੀ 2236 ਕਰੋੜ ਰੁਪਇਆ ਅਸੀਂ ਕੱਲਾ ਆਪਦੇ ਇੰਡਸਟਰੀਲਿਸਟ ਦਾ ਮਾਫ ਕਰਦੇ ਆ, 1,40,000 ਜਿਹੜੇ ਇੰਡਸਟਰੀਲਿਸਟ ਆ ਉਹਨਾਂ ਨੂੰ 5 ਰੁਪਏ ਯੂਨਿਟ ਦਿੰਦੇ ਆ। ਟੋਟਲ 2000 ਕਰੋੜ ਦੀ ਸਬਸਿਡੀ ਵਾਲੇ ਦਿੱਲੀ ਵਾਲੇ ਆ ਕੇ ਇੱਥੇ ਗੱਲਾਂ ਕਰਨ ਲੱਗ ਜਾਂਦੇ, ਸੋ ਚੰਗੀਆਂ ਨਹੀਂ ਲੱਗਦੀਆਂ। ਪੰਜਾਬ ਹੁਣ ਵੀ 14,000 ਕਰੋੜ ਦੇ ਆਸ-ਪਾਸ ਦੀ ਸਬਸਿਡੀ ਝੇਲ ਰਿਹਾ, ਉਹ ਆਪਦੇ ਲੋਕਾਂ ਲਈ ਝੇਲ ਰਿਹਾ, ਉਹ ਆਪਣੇ ਕਿਸਾਨਾਂ ਲਈ ਝੇਲ ਰਿਹਾ। ਟੈਂਕੀਆਂ ਤੇ ਜਿਹੜੇ ਮੁਲਾਜ਼ਮ ਵੀ ਚੰਗੇ ਨਹੀਂ ਲੱਗਦੇ, ਨਹੀਂ ਲੱਗਦੇ, ਉਹਨਾਂ ਨੂੰ ਵੀ ਹੋਣਾ ਚਾਹੀਦਾ, ਉਹਨਾਂ ਲਈ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਹੱਲ ਵੀ ਕੀਤਾ ਜਾ ਰਿਹਾ। ਹੁਣੇ ਵੀ ਪਿਛਲੇ ਜਿਹੜੀਆਂ ਅਨਾਉਂਸਮੈਂਟ ਹੋਈਆਂ, ਜਿੰਨੇ ਮੈਂ ਇਸ ਵੇਲੇ ਮੇਰੇ ਕੋਲ ਫਿਗਰ ਹੈ ਨਹੀਂ ਕਿਉਂਕਿ ਲਾਸਟ ਮੰਥ ਦੀਆਂ ਮੇਰੇ ਕੋਲ ਫਿਗਰਾਂ ਸੀ, ਨੀਅਰ ਅਬਾਊਟ 80,000 ਸਰਕਾਰੀ ਭਰਤੀ ਕਰ ਲਈ ਗਈ ਸੀਗੀ ਜਿਹੜੀ ਸਰਕਾਰੀ ਤੌਰ ਤੇ ਆ, ਤੇ ਬਾਕੀ ਤਾਂ ਜਿਹੜੀ ਪ੍ਰਾਈਵੇਟ ਦੇ ਵਿੱਚ ਅਸੀਂ ਦੇ ਰਹੇ ਹਾਂ, ਬੈਨੀਫਿਟਸ ਦੇ ਰਹੇ ਹਾਂ ਆਪਦੇ ਬੱਚਿਆਂ ਨੂੰ, ਰੋਜ਼ਗਾਰ ਮੇਲੇ ਕਰਾਏ ਜਾ ਰਹੇ ਨੇ, ਬਾਕੀ ਚੀਜ਼ਾਂ ਉਹ ਬੈਨੀਫਿਟ ਇੱਥੋਂ ਹੀ ਜਾ ਰਹੇ ਆ ਗਗਨ, ਕਿਤੇ ਹੋਰ ਨਹੀਂ ਬਾਹਰੋਂ ਜਾ ਰਹੇ। ਸਾਡੇ ਮਾਡਲ ਦੀ ਕਾਪੀ ਦਿੱਲੀ ਵਾਲੇ ਕਰ ਰਹੇ ਆ। ਅਸੀਂ ਪੋਰਟਲ ਤਿਆਰ ਕੀਤਾ ਸੀ ਪ੍ਰਾਈਵੇਟ ਜੌਬ ਦੇ ਲਈ ਜਦੋਂ ਕੋਵਿਡ ਦਾ ਟਾਈਮ ਆਇਆ, ਔਰ ਅਰਵਿੰਦ ਕੇਜਰੀਵਾਲ ਨੇ ਵੀ ਉਹ ਕਾਪੀ ਕੀਤਾ। ਸਾਡੀਆਂ ਮਹਿਲਾਵਾਂ ਲਈ ਸਾਡਾ ਫੋਕਸ ਮਹਿਲਾਵਾਂ ਤੇ ਆ। ਬੱਸ ਸਫ਼ਰ ਉਹਨਾਂ ਦਾ ਫ੍ਰੀ ਪੰਜਾਬ ਦੇ ਵਿੱਚ ਕਿੱਥੇ ਮਰਜ਼ੀ ਜਾਣ, ਚੰਡੀਗੜ੍ਹ ਤੋਂ ਚੜ ਕੇ। ਅਸੀਂ ਕੋਈ ਦਿੱਲੀ ਦੇ ਗੇੜੇ ਕਢਾਉਣ ਲਈ ਨਹੀਂ ਮਾਫ ਕੀਤਾ, ਪੂਰੇ ਪੰਜਾਬ ਦਾ ਮਾਫ ਕੀਤਾ। ਬਿਜਲੀ ਦਾ ਬਿੱਲ ਮਾਫ ਕੀਤਾ, ਆਪਦੀਆਂ ਭੈਣਾਂ ਲਈ ਕੀਤਾ, ਅਤੇ ਆਪਦੀਆਂ ਜਿਹੜੀਆਂ ਛੋਟੀਆਂ ਬੱਚੀਆਂ ਉਹਨਾਂ ਨੂੰ ਮੋਬਾਈਲ ਫੋਨ ਵੀ ਦਿੱਤੇ ਆ। ਪਰ ਮੈਨੂੰ ਨਹੀਂ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਵੀ ਭੇਜਣਾ। ਮੈਂ ਕੋਸ਼ਿਸ਼ ਕਰੂੰਗਾ, ਪਾਰਟੀ ਨੂੰ ਕਹੂੰਗਾ, ਸਰਕਾਰ ਨੂੰ ਕਹੂੰਗਾ, ਅਗਰ ਇਹਨਾਂ ਕੋਲ ਨਹੀਂ ਹੈਗੇ ਤਾਂ ਅਸੀਂ ਪ੍ਰੋਵਾਈਡ ਵੀ ਕਰਾਵਾਂਗੇ ਇਹਨਾਂ ਨੂੰ। ਠੀਕ ਹੈ। ਇਕਬਾਲ ਜੀ ਦੇ ਚਿਹਰੇ ਦੀ ਸਮਾਈਲ ਕੰਟੀਨਿਊਸਲੀ ਮੈਂ ਦੇਖ ਰਹੀ ਹਾਂ, ਕੁਝ ਕਹਿਣਾ ਚਾਹੁੰਦੇ ਨੇ, ਮੰਦ ਮੁਸਕਰਾ ਰਹੇ ਨੇ। ਮੈਂ ਆਉਂਗਾ ਅੱਜ ਮੇਰੀ ਇੱਕ ਮਾੜੀ ਜੀ ਗੱਲ ਰਹਿ ਗਈ। ਅੱਜ ਮੇਰੀਆਂ ਭਰਜਾਈਆਂ ਤਿੰਨੋਂ ਸੁਣਦੀਆਂ ਹੋਣਗੀਆਂ, ਇਹਨਾਂ ਨੂੰ ਪੁੱਛ ਲਿਓ ਕਿ ਉਹਨਾਂ ਨੂੰ ਰਾਹਤ ਮਿਲੀ ਹੈ ਕਿ ਨਹੀਂ ਮਿਲੀ। ਇਹਨਾਂ ਨੂੰ ਤਾਂ ਮਿਲੀ ਨਹੀਂ ਕਿਉਂਕਿ ਇਹਨਾਂ ਨੇ ਤਾਂ ਵਿਰੋਧ ਹੀ ਕਰਨਾ। ਠੀਕ ਹੈ ਇਕਬਾਲ ਜੀ, ਤੁਹਾਡੇ ਸਮਾਈਲ ਦਾ ਰਾਜ਼ ਵੀ ਮੈਂ ਜਾਣੂੰਗੀ। ਚੰਦੂ ਮਾਜਰਾ ਜੀ ਨੂੰ ਜਵਾਬ ਮਿਲਿਆ ਕਿ ਨਹੀਂ ਪੀਪੀਏ ਨੂੰ ਲੈ ਕੇ ਜੋ ਕਿਹਾ ਹੈ ਬਲੀਵਾਲ ਜੀ ਨੇ? ਗਗਨ ਜੀ ਤੁਸੀਂ ਦੱਸ ਦਿਓ ਵੀ ਮਿਲਿਆ ਜਾਂ ਨਹੀਂ ਮਿਲਿਆ। ਸਮਾਈਲ ਦਾ ਤਾਂ ਗਗਨ ਜੀ ਰਾਜ ਇਹ ਹੈ। ਹਾਂ ਇਕਬਾਲ ਜੀ ਆ ਰਿਹਾ, ਇਕਬਾਲ ਜੀ ਆ ਰਹੀ ਹੈ। ਮੈਂ ਤੁਹਾਡੇ ਕੋਲ ਤੁਹਾਡੀ ਸਮਾਈਲ ਦਾ ਰਾਜ਼ ਜਾਣਨਾ ਬਹੁਤ ਜ਼ਰੂਰੀ ਹੈ। ਲੇਕਿਨ ਚੰਦੂ ਮਾਜਰਾ ਜੀ ਨੇ ਸਵਾਲ ਕੀਤਾ ਸੀ ਪੀਪੀਏ ਨੂੰ ਲੈ ਕੇ, ਜਵਾਬ ਮਿਲ ਗਿਆ ਚੰਦੂ ਮਾਜਰਾ ਜੀ? ਗਗਨ ਜੀ ਤੁਸੀਂ ਉਹ ਦੱਸ ਦਿਓ ਕੋਈ ਮਿਲਿਆ ਮੈਨੂੰ ਤਾਂ। ਇਹਨਾਂ ਨੇ ਤਾਂ ਗੱਲ ਹੀ ਨਹੀਂ ਕੀਤੀ ਹੈਗੀ ਵੀ ਪੀਪੀਏ ਵਿੱਚ ਫਾਲਟ ਕੀ ਸੀਗਾ। ਚੰਨੀ ਸਾਹਿਬ ਨੇ ਤਾਂ ਪੀਪੀਏ ਨੂੰ ਵਾਜ਼ਿਬ ਠਹਿਰਾਇਆ ਵੀ ਪੀਪੀਏ ਦੀਆਂ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਪੂਰੀਆਂ ਨਹੀਂ ਕੀਤੀਆਂ ਕੰਪਨੀ ਨੇ, ਇਸ ਕਰਕੇ ਅਸੀਂ ਰੱਦ ਕੀਤਾ ਐਗਰੀਮੈਂਟ, ਬਲਕਿ ਪੀਪੀਏ ਨੂੰ ਵਾਜ਼ਿਬ ਦੱਸਿਆ। ਦੂਸਰੀ ਗੱਲ ਗਗਨ ਜੀ, ਜਿਹੜੀ ਇਹਨਾਂ ਨੇ ਕਿਹਾ ਨਾ ਵੀ ਦਿੱਲੀ ਨਾਲ ਕੰਪੈਰੀਜ਼ਨ, ਦੇਖੋ ਤੁਸੀਂ ਦਿੱਲੀ ਦੀ ਗੱਲ ਨਾ ਕਰੋ, ਦਿੱਲੀ 'ਚ ਤਾਂ ਨੇਤਾ ਨਹੀਂ ਅਭਿਨੇਤਾ ਨੇ, ਆਪਾਂ ਨੂੰ ਪਤਾ ਹੈ। ਬਲੀਵਾਲ ਸਾਹਿਬ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ, ਪਰ ਉਹਨਾਂ ਨਾਲ ਨਾ ਆਪਾਂ ਕੰਪੈਰੀਜ਼ਨ ਕਰੀਏ। ਉਹਨਾਂ ਦਾ ਜੋ ਹੈ ਉਹ ਤਾਂ ਉਹਨੇ ਜਿਹੜੇ 864 ਕਰੋੜ ਰੁਪਏ ਐਡਵਰਟਾਈਜ਼ਮੈਂਟ ਤੇ ਲਾਉਂਦੇ ਨੇ, ਤੇ ਉਹਨਾਂ ਦਾ ਆਪਣਾ ਐਮਐਲਏ ਆਕਸੀਜਨ ਤੋਂ ਬਿਨਾ ਸਰਦਾਰ ਜਰਨੈਲ ਸਿੰਘ ਉਹਦੀ ਡੈਥ ਹੁੰਦੀ ਆ। ਉਹਨਾਂ ਲੋਕਾਂ ਦੀ ਗੱਲ ਇੱਥੇ ਪੰਜਾਬ ਵਿੱਚ ਨਾ ਕਰੀਏ, ਆਪਾਂ ਆਪਣਾ ਮਾਡਲ ਅੱਗੇ ਰੱਖੀਏ। ਹੁਣ ਤੁਸੀਂ ਕਹਿੰਦੇ ਹੋ, ਮੈਂ ਕਹਿੰਦਾ ਵੀ ਪੰਜਾਬ ਜਿਹੜਾ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਸੀ ਕਿਸੇ ਸਮੇਂ, ਮੈਂ ਜੇ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਨਾ ਕਹਾਂ ਤਾਂ ਸਸਤੀ ਬਿਜਲੀ ਦੇਣ ਵਾਲਿਆਂ ਚੋਂ ਇੱਕ ਸੂਬਾ ਸੀ ਪੰਜਾਬ ਕਿਸੇ ਸਮੇਂ, ਜਿਹੜਾ ਅੱਜ ਇੱਕਦਮ ਸਰਕਾਰ ਬਦਲਣ ਦੇ ਨਾਲ ਹੀ ਇੰਨੀ ਮਹਿੰਗੀ ਬਿਜਲੀ ਦੇਣ ਵਾਲਾ ਸੂਬਾ ਕਿਵੇਂ ਬਣ ਗਿਆ। ਹੁਣ 4.5 ਪੌਣੇ 5 ਸਾਲ ਤੁਸੀਂ ਚੀਕਾਂ ਕਢਵਾਈਆਂ ਲੋਕਾਂ ਦੀਆਂ। ਅੱਜ ਤੁਸੀਂ ਕਹਿ ਰਹੇ ਹੋ ਵੀ ਅਸੀਂ ਕੋਸ਼ਿਸ਼ ਕੀਤੀ, ਪੌਣੇ 5 ਸਾਲਾਂ ਬਾਅਦ ਜਦੋਂ ਸਰਕਾਰ ਜਾਣ ਲੱਗੀ ਆ ਇੱਕ ਬਿੱਲ ਦੇਣ ਵਾਸਤੇ, ਤੁਸੀਂ ਕਹਿ ਰਹੇ ਹੋ ਵੀ ਅਸੀਂ ਇੱਕ ਬਿੱਲ ਦੇਣ ਵਾਸਤੇ ਅਸੀਂ ਕੋਸ਼ਿਸ਼ ਕੀਤੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਲੀਵਾਲ ਸਾਹਿਬ, ਜੇ ਤੁਸੀਂ ਮੈਂ ਜ਼ਿਆਦਾ ਟੈਕਨੀਕਲੀ ਨਾ ਪਵਾਂ, ਤੁਹਾਨੂੰ ਨਹੀਂ ਪਤਾ ਹੋਊਗਾ, ਭਰਜਾਈ ਨੂੰ ਪੁੱਛ ਲਿਓ ਵੀ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਬਿੱਲ ਕਿੰਨਾ ਆਉਂਦਾ ਸੀ। ਜੇ 5000 ਆਉਂਦਾ ਸੀ ਨਾ ਕਿਸੇ ਘਰ ਦਾ, ਤਾਂ ਅੱਜ 15,000 ਦਿੱਤਾ ਲੋਕਾਂ ਨੇ, 3 ਗੁਣਾ ਵੱਧ ਗਿਆ ਸੀਗਾ ਬਿੱਲ। ਤੇ ਜਿਹੜੀ ਤੁਸੀਂ ਪੈਟਰੋਲ ਤੇ ਡੀਜ਼ਲ ਦੀ ਗੱਲ ਕਰਦੇ ਹੋ, ਉਹ ਇਹ ਬੀਜੇਪੀ ਵਾਲਿਆਂ ਨੇ ਤਾਂ ਚਲੋ ਮਹਿੰਗਾ ਕੀਤਾ ਹੀ ਕੀਤਾ। ਪੰਜਾਬ ਵੀ ਉਹਨਾਂ ਸੂਬਿਆਂ ਚੋਂ ਜਿਹੜਾ ਸਭ ਤੋਂ ਵੱਧ ਵੈਟ ਲਾਉਣ ਵਾਲੇ ਸੂਬਿਆਂ ਚੋਂ ਇੱਕ ਆ, ਜਿਹੜਾ ਡੀਜ਼ਲ ਦੇ ਉੱਤੇ ਐਗਰੀਕਲਚਰ ਸਟੇਟ ਹੋਵੇ ਤੇ ਸਭ ਤੋਂ ਮਹਿੰਗੇ ਡੀਜ਼ਲ ਵੇਚਣ ਵਾਲਿਆਂ ਦੇ ਵਿੱਚੋਂ ਇੱਕ ਸੂਬਾ ਹੋਵੇ ਪੰਜਾਬ। ਇਦੋਂ ਵੱਧ ਹੋਰ ਬੇਸ਼ਰਮੀ ਵਾਲੀ ਗੱਲ ਜਾਂ ਸ਼ਰਮਿੰਦਗੀ ਵਾਲੀ ਗੱਲ ਹੋਰ ਕੀ ਹੋ ਸਕਦੀ ਆ। ਮੈਂ ਤਾਂ ਮੇਰੀ ਬੇਨਤੀ ਜਿਹੜੀ ਗਗਨ ਜੀ ਹੈਗੀ ਸਰਕਾਰ ਅੱਗੇ ਇਹ ਆ ਵੀ ਤੁਸੀਂ ਜੇ ਪੀਪੀਏ ਦੀ ਗੱਲ ਕਰਦੇ ਰਹੇ ਹੋ, ਬਿਜਲੀ ਦਾ ਦੇਖੋ ਜਿਹੜੀ ਬਿਜਲੀ ਮਹਿੰਗੀ ਮਿਲਦੀ ਰਹੀ ਆ ਉਹਦੇ ਉੱਤੇ ਕੀ ਸੀਗਾ ਵੀ ₹2.86 ਨੂੰ, ₹2.99 ਨੂੰ, ਇਸ ਰੇਂਜ ਦੇ ਵਿੱਚ ਵੱਖੋ ਵੱਖਰੇ ਇਹਨਾਂ ਨਾਲ ਕੰਪਨੀਆਂ ਨਾਲ ਐਗਰੀਮੈਂਟ ਹੋਇਆ ਸੀ। ਇਹ ਮਹਿੰਗੀ ਕਿਉਂ ਹੋਈ ਉਹ ਅਸੀਂ ਨਹੀਂ ਕਹਿੰਦੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਸ ਸਮੇਂ ਪੰਜਾਬ ਕਾਂਗਰਸ ਇਹ ਕਹਿ ਰਹੀ ਹੈ ਨਾ ਕਿ ਪਿਛਲੀ ਸਰਕਾਰ ਨੇ ਮਹਿੰਗੇ ਸਮਝੌਤੇ ਕੀਤੇ ਆ। ਸੁਨੀਲ ਜਾਖੜ ਜੀ ਨੇ ਕਿਹਾ ਵੀ ਜਿਹੜੇ ਕੇਸ ਸੀ ਕੋਰਟ ਦੇ ਵਿੱਚ ਜਿਹੜੇ ਕੰਪਨੀ ਨੇ ਪਾਏ ਸੀ ਕੋਲ ਵਾਸ਼ ਦੇ, ਉਹ
ਅਤੁਲ ਨੰਦਾ ਦੀ ਅਗਵਾਈ ਦੇ ਵਿੱਚ ਉਹ ਜਾਣ ਬੁੱਝ ਕੇ ਉਹ ਕੇਸ ਹਾਰੇ ਗਏ, ਨਲਾਇਕੀ ਨਾਲ ਹਾਰੇ ਗਏ ਤੇ ਉਹਦੇ ਵਿੱਚ ਘੁਟਾਲਾ ਹੋਇਆ। ਉਹ 4000 ਕਰੋੜ ਦੇ ਘੁਟਾਲੇ ਦੀ ਭਰਪਾਈ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਕੀਤੀ ਜਾਂਦੀ ਰਹੀ। 2100 ਕਰੋੜ ਰੁਪਇਆ ਜਿਹੜਾ ਸਰਕਾਰੀ ਦਫ਼ਤਰਾਂ ਨੇ ਬਿੱਲ ਭਰਨਾ ਹੈ ਪੰਜਾਬ PSPCL ਦਾ, ਉਹਦੀ ਭਰਪਾਈ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਟੈਕਸ ਵਧਾ ਕੇ ਪੰਜਾਬ ਰੈਗੂਲੇਟਰੀ ਅਥਾਰਟੀ ਯਾਨੀ ਕਿ ਇਕਬਾਲ ਜੀ ਨੇ ਜਿਹੜੀ ਗੱਲ ਕਹੀ ਸੀ ਵੀ 100 ਰੁਪਏ ਲੈ ਲਏ ਔਰ ਵਾਪਸ 10 ਰੁਪਏ ਕਰਤੇ। हाँ, 100 रुपए लेके 10 रुपए वापस करते, वो वाला काम किया बलीवाल जी। ਇਹਦਾ ਜਵਾਬ ਮੈਂ ਲਵਾਂਗੀ ਤੁਹਾਡੇ ਕੋਲ, ਲੇਕਿਨ ਇਕਬਾਲ ਜੀ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਬਲੀਵਾਲ ਜੀ ਜਵਾਬ ਦੇ ਰਹੇ ਸੀ तमाम ਗੱਲਾਂ ਦਾ, ਉਸ ਵੇਲੇ ਸਮਾਈਲ ਉਹਨਾਂ ਦੇ ਚਿਹਰੇ ਤੇ ਸੀ। ਸਮਾਈਲ ਦਾ ਰਾਜ਼ ਵੀ ਦੱਸ ਦਿਓ। ਰਾਜ ਤਾਂ ਗਗਨ ਜੀ ਮੈਂ ਇਹ ਦੱਸਣ ਲੱਗਿਆ ਵੀ ਖੀਰ ਤਾਂ ਕਾਂਗਰਸ ਬਹੁਤ ਸੋਹਣੀ ਬਣਾ ਲੈਂਦੀ ਹੈ, ਪਰ ਇਹਨਾਂ ਦੀ ਖੀਰ ਬਣਾਈ ਵਿੱਚ ਰੇਤਾ ਨਵਜੋਤ ਸਿੱਧੂ ਪਾ ਦਿੰਦਾ, ਉਹ ਕਿਸੇ ਦੇ ਖਾਣ ਦੇ ਲਾਇਕ ਨਹੀਂ ਰਹਿੰਦੀ। ਇਸ ਕਰਕੇ ਹੁਣ ਤਾਂ ਹੱਸ ਰਿਹਾ ਸੀ ਮੈਂ। ਹੁਣ ਤਾਂ ਇਹ ਦੇਖੋ ਵੀ ਇਹ ਹਾਲ ਹੋ ਗਿਆ ਵੀ ਤੁਸੀਂ ਮੈਨੂੰ ਇਹ ਦੱਸੋ 6 ਮਹੀਨੇ ਪਹਿਲਾਂ ਅਫਸਰ ਕਹਿਣਾ ਮੰਨਣ ਤੋਂ ਹਟ ਜਾਂਦੇ, ਆਮ ਧਾਰਨਾ ਇਹ। ਮਹੀਨੇ 2 ਰਹਿ ਗਏ, ਇਹਨਾਂ ਦੇ ਆਰਡਰ ਮੰਨਣੇ ਕਿਹਨੇ ਹੈ? ਇਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਚੋਣਾਂ 'ਚ ਜਾ ਰਹੇ ਹਾਂ। ਹੁਣ ਐਲਾਨ ਕਰਨ ਦਾ ਟਾਈਮ ਨਹੀਂ ਹੁੰਦਾ, ਰਿਪੋਰਟ ਕਾਰਡ ਦਿਖਾਉਣ ਦਾ ਟਾਈਮ ਹੁੰਦਾ। ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਬਲੀਏਵਾਲ ਜੀ ਵੀ ਬੈਠੇ ਇੱਥੇ, ਚੰਦੂ ਮਾਜਰਾ ਸਾਹਿਬ ਵੀ ਬੈਠੇ, ਦੋਨੋਂ ਪਾਰਟੀਆਂ ਦੇ ਬੈਠੇ। ਲੈ ਮੈਂ ਚੈਲੰਜ ਕਰਦਾ ਦੋਨੋਂ ਪਾਰਟੀਆਂ ਨੂੰ, ਸਰਕਾਰੀ ਖਜ਼ਾਨੇ 'ਚੋਂ ਬਿਜਲੀ ਬੋਰਡ ਨੂੰ ਇਹਨਾਂ ਨੇ 1 ਰੁਪਈਆ ਕਦੇ ਅਕਾਲੀ ਸਰਕਾਰ ਨੇ ਦਿੱਤਾ ਹੋਇਆ, ਬਿਜਲੀ ਬੋਰਡ ਇਹਨਾਂ ਨੇ ਕਾਂਗਰਸ ਨੇ ਦਿੱਤਾ ਹੋਇਆ, ਮੇਰਾ ਨਾਮ ਬਦਲਾ ਦਿਓ। ਮੈਂ ਚੈਲੰਜ ਕਰਦਾ, ਦਿਖਾਓ। ਬੋਰਡਾਂ ਨੂੰ ਤਬਾਹ ਕਰਤਾ ਇਹਨਾਂ ਨੇ, ਫ੍ਰੀ ਬਿਜਲੀ ਦੇਣ ਬੋਰਡਾਂ ਨੂੰ। ਮੈਂ ਸੁਣੋ ਮੇਰੀ ਗੱਲ ਪੂਰੀ ਹੋ ਲੈਣ ਦਿਓ, ਮੇਰਾ ਜਵਾਬ ਦੇ ਦਿਓ, ਮੇਰੀ ਗੱਲ ਪੂਰੀ ਹੋ ਲੈਣ ਦਿਓ। ਮੈਂ ਚੀਫ ਇੰਜੀਨੀਅਰ ਦੀ ਇੰਟਰਵਿਊ ਸੁਣੀ ਹੈ, ਉਹ ਕਹਿੰਦਾ ਜਦੋਂ ਥਰਮਲ ਲਾਉਣੇ ਸੀ ਸਿਰਫ 2000 ਮੈਗਾਵਾਟ ਸ਼ਾਰਟ ਪੈਂਦਾ ਸੀ, 400 ਕਰੋੜ ਪਾਵਰਕਾਮ ਕੋਲ ਸੀਗਾ। ਅਸੀਂ ਸੁਖਬੀਰ ਬਾਦਲ ਨੂੰ ਫਾਈਲ ਭੇਜੀ ਵੀ ਸਾਨੂੰ ਮਨਜ਼ੂਰੀ ਦਿਓ, ਅਸੀਂ ਸਰਕਾਰੀ ਥਰਮਲ ਲਾਉਣਾ ਤਾਂ ਕਿ ਬਿਜਲੀ ਆਪਣੀ ਪੂਰੀ ਹੋ ਜਾ ਪੰਜਾਬ ਦੀ। ਉਹ ਕਹਿੰਦਾ ਨਹੀਂ ਲਾਉਣਾ ਸਰਕਾਰੀ, ਅਸੀਂ ਪ੍ਰਾਈਵੇਟ ਲਾਉਣੇ। ਫਿਰ 2000 ਦਾ ਨਹੀਂ ਲਾਇਆ, 4000 ਦਾ ਲਾਤਾ, ਉਹ ਵੀ ਪ੍ਰਾਈਵੇਟ ਸਮਝੌਤੇ ਕਰਕੇ। ਉਹਨੇ ਸਾਰੀ ਇਹਨਾਂ ਦੀ ਅਸਲੀਅਤ ਦੱਸੀ, ਕਹਿੰਦਾ ਕੋਈ ਸਰਕਾਰੀ ਖਜ਼ਾਨੇ ਚੋਂ ਬਿਜਲੀ ਬੋਰਡ ਨੂੰ ਇਹਨਾਂ ਨੇ ਪੈਸਾ ਨਹੀਂ ਦਿੱਤਾ, ਸਾਨੂੰ ਕਰਾਓ ਸਬਸਿਡੀ ਕਰਕੇ, ਘਰਾਂ ਦੇ ਬਿੱਲ ਮਹਿੰਗੇ ਕਰਕੇ ਤਾਂ ਕਿਸਾਨਾਂ ਨੂੰ ਬਿਜਲੀ ਸਸਤੀ ਦੇਣੀ ਪੈ ਰਹੀ ਸੀ, ਫ੍ਰੀ ਬਿਜਲੀ। ਸਾਰਾ ਕੰਜ਼ਿਊਮਰ ਤੇ ਬੋਝ ਪਾ ਬਿਜਲੀ ਬੋਰਡ ਨੇ, ਬਿਜਲੀ ਬੋਰਡ ਸਾਰੇ ਤਬਾਹ ਇਹਨਾਂ ਸਰਕਾਰਾਂ ਨੇ ਕੀਤੇ। ਅਕਾਲੀ ਸਰਕਾਰ ਨੇ ਬਿਜਲੀ ਬੋਰਡ ਸਾਰੇ ਤਬਾਹ ਕੀਤਾ, ਕਾਂਗਰਸ ਨੇ ਤਬਾਹ ਕੀਤੇ, ਸਾਰੇ ਬੋਰਡਾਂ ਦੇ ਇਹਨਾਂ ਨੇ ਕਰਜ਼ੇ ਚੱਕੇ ਆ। ਇਸ ਕਰਕੇ ਇਹ ਤਬਾਹੀ ਮਚਾ ਦੇਣਗੇ ਜੇ ਇੱਕ ਵਾਰ ਫੇਰ ਇਹ ਰਿਪੀਟ ਹੋ ਗਏ। ਇਕਬਾਲ ਜੀ, ਚੰਦੂ ਮਾਜਰਾ ਜੀ, ਬਲੀਵਾਲ ਜੀ ਆ ਰਹੇ। ਚੇਤਨ ਜੀ ਦਾ ਇੱਕ ਰਿਐਕਸ਼ਨ ਲੈ ਲਈਏ, ਉਹਨਾਂ ਨੇ ਵੀ ਸਵਾਲ ਕੀਤੇ ਸੀ ਬਲੀਵਾਲ ਜੀ ਨੂੰ। ਚੇਤਨ ਜੀ, ਜੋ ਜਵਾਬ ਦਿੱਤਾ ਹੈ ਬਲੀਵਾਲ ਜੀ ਨੇ ਵੀ, ਜਿਸ ਤਰ੍ਹਾਂ ਪੈਟਰੋਲ ਦੀ ਕੀਮਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਐਕਸਾਈਜ਼ ਡਿਊਟੀ ਘਟਾਵੇ ਕੇਂਦਰ ਸਰਕਾਰ, ਜਾਂ ਜੋ ਸਵਾਲ ਤੁਸੀਂ ਸੀਐਮ ਚੰਨੀ ਦੇ ਐਲਾਨ ਨੂੰ ਲੈ ਕੇ ਕੀਤੇ ਸੀ, ਕਿ ਜਵਾਬ ਮਿਲ ਗਿਆ, ਸੰਤੁਸ਼ਟ ਹੋ ਤੁਸੀਂ? ਨਹੀਂ ਜੀ ਨਹੀਂ, ਜਵਾਬ ਕਿੱਥੋਂ ਇਹਨਾਂ ਕੋ ਦਿੱਤਾ ਜਾਣਾ ਇਸ ਟਾਈਮ ਤੇ। ਉਹ ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਆ, ਸਹੁਰਾ ਫਿਰੇ ਨੱਥ ਬਣਾਉਣ ਨੂੰ, ਨਹੁੰ ਫਿਰੇ ਨੱਕ ਵਢਾਉਣ ਨੂੰ। ਮੈਨੂੰ ਇਹ ਨਹੀਂ ਸਮਝ ਲਾਉਂਦੀ ਵੀ ਸਿੱਧੂ ਸਾਹਿਬ ਤੇ ਸਰਕਾਰੀਓ ਚੰਨੀ ਸਾਹਿਬ ਦੇ ਵਿੱਚੋਂ ਨਹੁੰ ਕੌਣ ਆ ਤੇ ਸਹੁਰਾ ਕੌਣ ਆ। ਸੋ ਮੁੱਖ ਦੀ ਗੱਲ ਇਹਨਾਂ ਦੀ ਇਹ ਆਉਂਦੀ ਹੈ ਕਿ ਇਹ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ। ਇੱਕ ਮੈਨੂੰ ਸ਼ੇਰ ਯਾਦ ਆ ਗਿਆ ਕਿ ਖੈਰਾਤ ਸੇ ਨਹੀਂ ਹੋਤੇ ਸਿयासत के फैसले, खैरात से नहीं होते सियासत के फैसले, ये उड़ान बताएगी कि आसमां किसका है। ਇਹ ਜਿਹੜੀਆਂ ਗੱਲਾਂ ਕਰਦੇ ਪਏ ਨੇ ਐਟ ਪ੍ਰੈਜ਼ੈਂਟ, ਇਹਨਾਂ ਨੂੰ 2017 ਦੇ ਜਿਹੜੇ ਮੈਂਡੇਟ ਨੂੰ ਲੈ ਕੇ ਇੱਕ ਬੜੀ ਫਿਕਰ ਸਤਾਉਂਦੀ ਪਈ ਆ ਕਿ 1.5-2 ਮਹੀਨੇ ਰਹਿ ਗਏ ਨੇ ਲੋਕਾਂ ਦੇ ਵਿੱਚ ਜਾਣ ਵਾਸਤੇ। ਅਸੀਂ ਅਜੇ ਤੱਕ ਆਪਣੀ ਪਾਰਟੀ ਦੇ 4-5 ਗਰੁੱਪ ਬਣਾ ਲਏ ਨੇ। ਤੁਸੀਂ ਦੇਖੋ ਨਾ, ਇਹਨਾਂ ਨੇ ਵਿਕਾਸ ਕੀ ਕਰਨਾ, ਇਹਨਾਂ ਨੇ ਵਪਾਰੀਆਂ ਵਾਸਤੇ ਛੱਡਿਆ ਕੀ, ਇੰਡਸਟਰੀ ਵਾਸਤੇ ਛੱਡਿਆ ਕੀ ਆ। ਤੁਸੀਂ ਦੇਖੋ ਪ੍ਰੋਗਰੈਸਿਵ ਪੰਜਾਬ ਦੀ ਮੀਟਿੰਗ ਕਰਦੇ ਪਏ ਆ ਤੇ ਵਪਾਰੀਆਂ ਵਾਸਤੇ ਕੋਈ ਐਲਾਨ ਹੈਗਾ ਇਹਨਾਂ ਕੋ? ਕੀ ਗੱਲ ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਮੈਕਸਿਮਮ ਜਿਹੜਾ ਰੈਵਨਿਊ ਆ ਰਿਹਾ ਵਾ, ਟੈਕਸ ਇਕੱਠਾ ਹੋ ਰਿਹਾ, GST ਇਕੱਠੀ ਹੋ ਰਹੀ ਆ, ਪੋਲਿਊਸ਼ਨ ਬੋਰਡ ਦੀਆਂ ਫੀਸਾਂ ਜਾ ਰਹੀਆਂ ਨੇ, ਜਿੰਨੇ ਵੀ ਟੈਕਸਿਸ ਜਾ ਰਹੇ ਨੇ ਇੰਡਸਟਰੀ ਦੇ, ਉਹ ਸਾਰੇ ਜਿਹੜੇ ਜਾ ਰਹੇ ਨੇ, ਉਸ ਟੈਕਸ ਦੇਣ ਵਾਲੇ ਲੋਕਾਂ ਨੂੰ ਕੋਈ ਥੋੜਾ ਬਹੁਤਾ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਸੀ। ਉਹਨਾਂ ਵਾਸਤੇ ਤਾਂ ਕੁਝ ਨਹੀਂ ਕੀਤਾ। ਦੂਸਰੀ ਗੱਲ, ਬਲੀਵਾਲ ਸਾਹਿਬ ਤੇ ਮੇਰੇ ਵੱਡੇ ਵੀਰ ਨੇ, ਉਹ ਤੇ ਮੇਰੇ ਨਾਲ ਤੰਜ ਕੱਸਦੇ ਰਹਿੰਦੇ ਨੇ, ਲੇਕਿਨ ਜਿਹੜੀਆਂ ਪਾਰਟੀਆਂ ਕੋ ਕਹਿੰਦੇ ਸ਼ਬਦ ਮੁੱਕ ਜਾਂਦੇ ਆ ਨਾ, ਉਹ ਫਿਰ ਬੜੀਆਂ ਮੁਸਕਰਾਉਂਦੀਆਂ ਹੋਈਆਂ ਮਿੱਠੀਆਂ ਗੱਲਾਂ ਚੋਂ ਗੱਲ ਕੱਢ ਕੇ ਸੁਣਾਉਂਦੇ ਨੇ। ਇਹਨਾਂ ਨੇ ਗੱਲ ਕਹਿਤੀ ਸੀ ਅਸੀਂ ਗਰੀਬਾਂ ਵਾਸਤੇ ਕੀਤਾ, ਅਮੀਰਾਂ ਦੇ ਕੋਲ ਤੇ ਪੈਸਾ ਬਹੁਤ ਆ ਭਾਈ, ਉਹ ਵੀ ਹਿੰਦੁਸਤਾਨ ਦੇ ਨੇ, ਉਹ ਵੀ ਪੰਜਾਬ ਦੇ ਰਹਿਣ ਵਾਲੇ ਨੇ। ਉਸ ਅਮੀਰਾਂ ਦੇ ਦਿੱਤੇ ਹੋਏ ਟੈਕਸਾਂ ਦੇ ਨਾਲ ਹੀ ਤੁਸੀਂ ਸਬਸਿਡੀਆਂ ਦਿੰਦੇ ਹੋ।
ਇਹ ਕਿੱਦਾਂ ਦਾ ਸਵਾਲ ਤੁਸੀਂ ਕਰ ਦਿੱਤਾ ਜਦੋਂ ਤੁਸੀਂ ਲੋਕ ਪਾਰਟੀ ਦੀ ਕੋਈ ਗੱਲ ਕਰਦੇ ਹੋ। ਮੇਰਾ ਖਿਆਲ ਹੈ ਕਿ ਸ਼ਾਇਦ ਉੱਥੇ ਕਿਸੇ ਤੁਸੀਂ ਆਮ ਨਿਮਨ ਵਰਗ ਦੇ ਲੋਕਾਂ ਨੂੰ ਬਿਠਾਉਣ ਦੀ ਬਜਾਏ ਉੱਚ ਵਰਗ ਦੇ ਲੋਕਾਂ ਤੋਂ ਫੀਤੇ ਕਟਾਉਂਦੇ ਅਕਸਰ ਮੈਂ ਦੇਖਦਾ ਵਾਂ। ਹੁਣ ਪ੍ਰੋਗਰੈਸਿਵ ਪੰਜਾਬ ਦੇ ਵਿੱਚ ਤੁਸੀਂ ਜਿਨ੍ਹਾਂ ਨੂੰ ਸੱਦਿਆ ਵਾ ਉਹ ਜਿਹੜੇ ਕੌਣ ਸੀਗੇ, ਉਹ ਨਿਮਨ ਵਰਗ ਤੋਂ ਤਾਂ ਸੀਗੇ ਨਹੀਂ, ਉਹ ਤੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਵੱਡੇ ਵੱਡੇ ਜਿਹੜੇ ਸ਼ਾਹੂਕਾਰ ਲੋਕ ਸੀਗੇ ਉਹਨਾਂ ਨੂੰ ਸੱਦਿਆ ਸੀ। MSME ਦੇ ਵਿੱਚ ਜਿਹੜਾ ਕਿ ਤੁਸੀਂ ਲਘੂ ਉਦਯੋਗ ਆ ਉਹਨਾਂ ਨੂੰ ਬਚਾਉਣ ਵਾਸਤੇ ਮੈਂ ਹੀ ਤੁਹਾਡੇ ਅੱਗੇ ਹੱਥ ਜੋੜ ਦਿੰਦਾ ਵਾਂ ਕਿ ਤੁਸੀਂ ਸਤਿਕਾਰਯੋਗ CM ਸਾਹਿਬ ਨੂੰ ਕਹੋ ਕਿ ਉਹਨਾਂ ਵਾਸਤੇ ਵੀ ਕੁਝ ਸੋਚਣ। ਬਾਕੀ ਸਿੱਧੂ ਸਾਹਿਬ ਦਾ ਕੋਈ ਨਾ ਕੋਈ ਬਿਆਨ ਆ ਹੀ ਜਾਣਾ, ਆਪਾਂ ਤੇ ਫਿਰ ਤੁਹਾਡੇ ਨਾਲ ਗੱਲ ਕਰ ਲਾਂਗੇ। ਠੀਕ ਹੈ, ਧੰਨਵਾਦ ਜੀ। ਮੇਰੀ ਬੇਨਤੀ ਹੈ ਤੁਸੀਂ ਥੋੜਾ ਜਿਹਾ ਵਪਾਰੀਆਂ ਦਾ ਵੀ ਧਿਆਨ ਦਿਓ। ਸਾਰਿਆਂ ਦੇ ਸਵਾਲ ਜਵਾਬ ਤੁਸੀਂ ਸੁਣ ਲਏ, ਥੋੜਾ ਰਿਐਕਸ਼ਨ ਬਲੀਵਾਲ ਜੀ। ਮੇਰੀ ਬੇਨਤੀ ਹੈ, ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀਗਾ, ਹੁਣ ਮੈਂ ਚੰਦੂ ਮਾਜਰਾ ਸਾਹਿਬ ਦੀ ਗੱਲ ਪੁੱਛੀ ਸੀ, ਉਹਨਾਂ ਨੂੰ ਗੱਲ ਕਰ ਦਿੰਦਾ ਵਾਂ ਕਲੀਅਰ ਕਿ ਪਹਿਲਾਂ ਤਾਂ ਮੈਂ ਇਹੀ ਕਿਹਾ ਸੀ ਕਿ ਸੈਸ਼ਨ ਹੋਣ ਵਾਲਾ, ਉਦੋਂ ਡਿਬੇਟ ਫਿਰ ਹੋਊਗੀ ਤੇ ਆਪਾਂ ਕਲੀਅਰ ਕਰਾਂਗੇ ਕਿ ਬਾਈਕਾਟ ਹੋਇਆ ਕਿ ਉਸ ਦੇ ਵਿੱਚ ਤੰਜ ਕੱਸੇਗੇ ਤੇ ਸਵਾਲ ਜਵਾਬ ਪੁੱਛੇਗੇ ਤੇ ਉਤਨ PPA ਤੇ ਵੀ ਸਵਾਲ ਜਵਾਬ ਹੋ ਜਾਣਗੇ। ਦੂਜੀ ਗੱਲ ਮੈਂ ਕਹਿੰਦਾ ਖੋਦ ਦੱਸਦਾ 2007 ਇੱਕ ਮਿੰਟ ਮੇਰੀ ਬੇਨਤੀ ਠੀਕ ਨਹੀਂ ਹੈਗੇ, ਅੱਜ ਹੀ ਕਰ ਲਓ। ਮੈਂ ਕਹਿੰਦਾ PPA ਵਾਲੀ ਤੇ ਗੱਲ ਦੱਸ ਦਿਓ। ਨਹੀਂ ਮੈਂ ਦੱਸਾਂ ਉਸ ਤੇ ਆਪਾਂ ਬੜੀਆਂ ਡਿਬੇਟਾਂ ਕਰ ਚੁੱਕੇ ਆ, ਚੰਦੂ ਮਾਜਰਾ ਸਾਹਿਬ ਇੰਨੀਆਂ ਹੋ ਚੁੱਕੀਆਂ ਹੁਣ ਅੱਜ ਜਿਹੜੀ ਅਸੀਂ ਚੰਗਾ ਕਾਰ ਔਰ ਤੇ ਪਲੀਜ਼ ਮੈਨੂੰ ਪਤਾ ਕਿ ਮੇਰੇ ਅੱਜ ਗੱਲ ਪਹੁੰਚਣੀ ਨਹੀਂ, ਮੈਂ ਇਸੇ ਕਰਕੇ ਤਾਂ ਕਹਿ ਰਿਹਾ ਕਿ ਚਾਹੇ ਉਹ ਸਿੱਧੂ ਸਾਹਿਬ ਨੂੰ ਲੈ ਆਓ ਜਾਂ ਬਾਕੀਆਂ ਨੂੰ ਲੈ ਆਓ, ਅਸੀਂ ਜਿਹੜਾ ਅੱਜ ਕੰਮ ਕੀਤਾ ਸੀ ਉਹਦੀ ਗੁਣਗਾਨ ਕਰਨੇ ਆ ਤੇ ਅਸੀਂ ਕਰ ਰਹੇ ਆ ਤੇ ਡਿਲੀਵਰ ਵੀ ਹੋਊਗਾ ਥੱਲੇ ਤੱਕ। ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ, ਤੁਸੀਂ ਕਿਹਾ ਸੀ ਕਿ ਬਿਜਲੀ ਕਾਫੀ ਮਹਿੰਗੀ ਹੋ ਗਈ, ਪੁੱਛ ਲਿਓ, ਮੈਂ ਦੱਸ ਦਿੰਦਾ ਕਿ 2007 ਤੋਂ ਬਾਅਦ ਜਦੋਂ ਤੋਂ ਤੁਹਾਡੀ ਸਰਕਾਰ ਆਈ ਸੀ 12 ਤੱਕ 43% ਦੀ ਰੇਟ ਵਧੇ ਸੀਗੇ ਤੁਹਾਡੀ ਬਿਜਲੀ ਦੇ, ਤੇ 2012 ਤੋਂ ਲੈ ਕੇ 17 ਤੱਕ 25% ਇਨਕਰੀਜ਼ ਹੋਇਆ। ਤੇ ਗਗਨ ਮੇਰੇ ਹਿਸਾਬ ਨਾਲ 70% ਦੀ ਇਨਕਰੀਜ਼ ਤਾਂ ਇਹੀ ਦੇ ਗਏ ਸੀ, ਡਬਲ ਤਾਂ ਇਹੀ ਕਰ ਗਏ ਸੀਗੇ। ਸੋ ਅਸੀਂ ਘਟਾਉਣ ਦਾ ਕੰਮ ਕੀਤਾ, ਵਧਾਉਣ ਦਾ ਨਹੀਂ ਕੀਤਾ। ਦੂਜੀ ਗੱਲ, ਪੰਜਾਬ ਦੇ ਵਿੱਚ 2017 ਤੋਂ ਬਾਅਦ ਨਾ ਵੈਟ ਵਧਿਆ, ਜੋ ਸੀਗਾ ਪਿਛਲੀ ਸਰਕਾਰ ਸਾਨੂੰ ਦੇ ਕੇ ਗਈ, ਅਸੀਂ ਉਸੇ ਟੈਕਸੇਸ਼ਨ ਦੇ ਨਾਲ ਚੱਲਦੇ ਪਏ ਹਾਂ। ਤੀਸਰੀ ਗੱਲ, ਤੀਸਰੀ ਮੇਰੇ ਕੋਲ PSPCL ਦੇ ਡਾਟੇ ਨੇ ਜੱਦੂ ਮਾਜਰਾ ਸਾਹਿਬ, ਮੈਂ ਫੈਕਟਸ ਐਂਡ ਫਿਗਰ ਤੋਂ ਬਾਹਰ ਜਾ ਕੇ ਕਦੀ ਗੱਲ ਨਹੀਂ ਕਰਦਾ। ਮੈਂ ਮੈਨੂੰ ਹੁਣ ਜਵਾਬ ਦੇ ਦੇਣ ਦੋ ਕਾਈਂਡਲੀ। ਉਦੋਂ ਬਾਅਦ ਮੇਰੇ ਭਰਾ ਨੇ ਗੱਲ ਕੀਤੀ, ਕਿਸੇ ਚੀਫ ਇੰਜੀਨੀਅਰ ਦੀ ਗੱਲ ਕਰਦੇ ਸੀ ਕਿ ਉਹਨਾਂ ਨੇ ਇਹ ਗੱਲ ਆਖੀ, ਇਹ ਵੀ ਪੁੱਛ ਲੈਣਾ ਚਾਹੀਦਾ ਸੀ ਕਿ ਕਿਤੇ ਉਹ ਆਮ ਆਦਮੀ ਪਾਰਟੀ ਜੁਆਇਨ ਤਾਂ ਨਹੀਂ ਕਰਕੇ ਉਦੋਂ ਬਾਅਦ ਇਹ ਸਟੇਟਮੈਂਟਾਂ ਦਿੰਦੇ ਹੁਣ, ਕਿਉਂਕਿ ਹੁੰਦਾ ਵਾ ਕਿ ਅਕਸਰ ਕੋਈ ਦੂਜੀ ਸਰਕਾਰ ਨੂੰ ਨੀਵਾਂ ਦਿਖਾਉਣ ਲਈ ਐਸੇ ਅੱਜ ਕੱਲ ਵੈਸੇ ਵੀ ਬਿਊਰੋਕਰੇਟਸ ਕਾਫੀ ਇਹਨਾਂ ਨੂੰ ਜੁਆਇਨ ਕਰ ਰਹੇ ਆ। ਤੀਸਰੀ ਗੱਲ ਮੇਰੇ ਭਰਾ ਜੀ ਨੇ ਕਹੀ ਕਿ ਆਪਣਾ ਇੰਡਸਟਰੀਅਲਿਸਟ ਨੂੰ ਰਾਹਤ ਦੇ ਦਿਆ ਕਰੋ। ਮੈਨੂੰ ਦੱਸਿਆ ਕਿ 2266 ਕਰੋੜ ਰੁਪਇਆ ਅਸੀਂ 5 ਰੁਪਏ ਬਿਜਲੀ ਦੇ ਰਹੇ ਆ ਪੰਜਾਬ ਦੇ ਵਿੱਚ, ਉਹ 1,40,000 ਯੂਨਿਟਸ ਇੰਡਸਟਰੀਅਲਿਸਟ ਨੂੰ ਮਿਲ ਰਹੀ ਆ, ਉਹਨਾਂ ਨੂੰ ਵੀ ਸਬਸਿਡੀ ਰੇਟ ਤੇ ਅਸੀਂ ਦੇ ਰਹੇ ਆ। ਤੇ ਚੌਥੀ ਗੱਲ, ਜੇ ਰਾਹਤ ਦੇਣੀ ਹੈ ਨਾ ਆਪਣਾ ਚੇਤਨ ਜੀ, ਕਿਸਾਨ ਵੀ ਬੈਠਾ ਹੈ, ਕਿਸਾਨ ਨੇ GDP ਦੇ ਵਿੱਚ ਪਲੱਸ ਕੀਤਾ ਸੀ ਜਦੋਂ ਸਾਰੇ ਇੰਡਸਟਰੀਜ਼ ਫੇਲ ਹੋ ਗਏ ਸੀ ਕੋਵਿਡ ਦੇ ਵਿੱਚ, ਤੇ ਉਹਨਾਂ ਲਈ ਤਾਂ ਤੁਸੀਂ ਬੜਾ ਤੋਹਫਾ ਦਿੱਤਾ ਸੀਗਾ। ਤੇ ਮੈਂ ਉਮੀਦ ਕਰਦਾ ਦੀਵਾਲੀ ਤੇ ਤੋਹਫਾ ਦੇ ਦਿਓ ਕਿ ਕਿਸਾਨ ਘਰੇ ਆ ਜਾਣ ਤੇ ਖੁਸ਼ੀ ਡਿਵਾਲੀ ਮਨਾ ਲੈਣ। ਤੇ GST ਵੀ ਉਹਨਾਂ ਕਿਸਾਨ ਜਿਹੜੇ ਵਪਾਰੀ ਆ ਨਾ, GST ਤੁਸੀਂ ਉਹ ਲੈਣੇ ਹੋ ਨਿਚੋੜ ਕੇ ਲੈਣੇ ਹੋ, 18% 28% ਨਿਚੋੜ ਤੇ ਹੋਇਆ ਦੇਸ਼ ਦਾ ਵਪਾਰੀ। ਉਹ ਵਪਾਰੀ ਤੇਲ ਵੀ ਪਵਾਉਂਦਾ ਹੈ, ਉਹ ਵਪਾਰੀ ਸਭ ਕੁਝ ਕਰਦਾ ਹੈ, ਪਰ ਥੋੜੀ GST ਦੇ ਕਾਰਨ ਨਾ, ਗੱਬਰ ਸਿੰਘ ਟੈਕਸ ਦੇ ਕਾਰਨ ਨੁਚੜਿਆ ਪਿਆ। ਕਾਈਂਡਲੀ ਮੋਦੀ ਜੀ ਨੂੰ ਕਹੋ ਕਿ ਉਹਦੇ ਤੇ ਦਰੁਸਤੀ ਕਰ ਲੈਣ ਤਾਂ ਜੋ ਲੋਕ ਸੁੱਖ ਦਾ ਸਾਹ ਲੈਣ। ਤੇ ਮੈਂ ਬੇਨਤੀ ਕਰੂੰਗਾ ਆਪਦੀਆਂ ਤਿੰਨਾਂ ਭਰਜਾਈਆਂ ਨੂੰ, ਇਹਨਾਂ ਨੂੰ ਦੱਸ ਦਿਓ ਕਿ ਬਿਜਲੀ ਦੇ ਬਿੱਲ ਘੱਟ ਹੋਣ ਲੱਗੇ ਨੇ, ਐਵੇਂ ਨਾ ਰੌਲਾ ਪਾਈ ਜਾਓ। ਮੇਬੀ 7 ਕਿਲੋਵਾਟ ਤੋਂ ਵੱਡੇ ਲੱਗੇ ਹੋਣ ਦਾ ਮੈਂ ਕਹਿ ਨਹੀਂ ਸਕਦਾ, 7 ਕਿਲੋਵਾਟ ਤੱਕ ਦੇ ਹੋਏ ਤਾਂ ਜ਼ਰੂਰ। ਤੁਸੀਂ ਅੱਜ ਸਾਡੇ ਘਰ ਦੇ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੇ ਜੇ, ਬਾਰ-ਬਾਰ ਸਾਨੂੰ ਤੁਸੀਂ ਇੰਨੀ ਗੱਲ ਕਹਿ ਕੇ ਅਸੀਂ ਤੁਹਾਡਾ ਸੁਨੇਹਾ ਪਹੁੰਚਾ ਵੀ ਦੇਵਾਂਗੇ। ਵੈਸੇ ਉਹਨਾਂ ਕੋਲ ਪਹੁੰਚ ਨਹੀਂ ਗਿਆ ਹੋਊਗਾ, ਤੁਹਾਡਾ ਬਹੁਤ-ਬਹੁਤ ਧੰਨਵਾਦ। ਲੇਕਿਨ ਫਿਰ ਵੀ ਅਸੀਂ ਇੱਕ ਬੇਨਤੀ ਕਰਦੇ ਹਾਂ, ਤੁਸੀਂ ਕਹਿ ਰਹੇ ਕਿ ਅੱਜ ਤੇ ਵੈਸੇ ਸਿੱਧੂ ਸਾਹਿਬ ਨੇ ਵੀ ਤਾਮਿਲਨਾਡੂ ਦੀ ਤਾਰੀਫ ਕੀਤੀ ਹੈ, ਦਿੱਲੀ ਸਰਕਾਰ ਦੀ ਵੀ ਤਾਰੀਫ ਕੀਤੀ, ਉਹਨਾਂ ਕੋਲ ਫੰਡ ਬੜਾ, ਕਦੇ ਸਿੱਧੂ ਸਾਹਿਬ ਨਹੀਂ ਜਾ ਰਹੇ ਆਮ ਆਦਮੀ ਪਾਰਟੀ ਦੇ ਵਿੱਚ, ਇਹ ਵੀ ਪਤਾ ਕਰ ਲਿਓ। ਚਲੋ ਦੇਖੋ ਉਹਨਾਂ ਨੇ ਵੀ ਦਿੱਲੀ ਸਰਕਾਰ ਦੀ ਕਰਤੀ ਜੀ। ਅੱਜ ਤੰਜ਼ਬਾਜ਼ੀਆਂ ਜੋ ਨੇ ਉਹ ਲਗਾਤਾਰ ਜਾਰੀ ਰਹਿਣਗੀਆਂ, ਲੇਕਿਨ ਹਾਂ ਖਾਸ ਜੋ ਫੋਕਸ ਹੋਣਾ ਚਾਹੀਦਾ ਕਿ ਪੰਜਾਬ ਦੀ ਜਨਤਾ ਨੂੰ ਰਾਹਤ ਕਿਵੇਂ ਦਿੱਤੀ ਜਾਏਗੀ, ਔਰ CM ਚੰਨੀ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਕਿ ਵਾਕਈ ਹੀ ਰਾਹਤ ਮਿਲੇਗੀ ਕਿ ਵਾਕਈ ਦੀਵਾਲੀ ਦਾ ਤੋਹਫਾ, क्योंकि ये जो हजे पैक्ड बॉक्स है खुलना बाकी है, उदों ही ये खुलेगा जिस वे बिल होंगे घरां नूं, और फिर उस तो बाद वाकई की दिवाली गिफ्ट है उसका खुलासा भी हो जाएगा। बहुत बहुत शुक्रिया साढ़े सारे मेहमानों का साढ़े नाल जुड़न दे लई। फिलहाल मुद्दे की गल दे विच इन्ना ही, लेकिन CM दा चुनावी चौका जो है विरोधियों के लिए कि चुनावी चुनौती बनिया हुआ है, ये सवाल हाले भी जुड़िया हुआ है। बहुत बहुत शुक्रिया।